ਕਰ ਰਹੀ ਸੀ ਕਿ ਸ਼ਹੀਦ ਸਿੰਘ ਨੇ ਭਾਈ ਰੂਪੇ ਦੇ ਪੋਤਰੇ ਭਾਈ ਧਰਮ ਸਿੰਘ ਨੂੰ ਦਰਸ਼ਨ ਦਿੱਤੇ ਅਤੇ ਦੱਸਿਆ ਕਿ ਮੇਰੇ ਵਰਗੇ ਹਜ਼ਾਰਾਂ ਹੀ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੀ ਚੌਂਕੀ ਭਰਦੇ ਉਹਨਾਂ ਦੇ ਦੁਆਲੇ ਪਹਿਰਾ ਦਿੰਦੇ ਹਨ। ਫਿਰ ਇਹਨੇ ਮਹਾਰਾਜ ਨੂੰ ਪੁੱਛਿਆ ਕਿ ਜੇ ਆਪ ਇੰਨੇ ਸਰਬ ਸ਼ਕਤੀਮਾਨ ਸੀ ਤੇ ਆਪ ਨੇ ਆਪ ਦੇ ਪਰਿਵਾਰ ਦਾ ਕੋਈ ਮੈਂਬਰ ਨਹੀਂ ਬਚਾਇਆ। ਮਹਾਰਾਜ ਕਹਿੰਦੇ ਕਿ ਤੁਰਕ ਰਾਜ ਦੇ ਪਾਪਾਂ ਦਾ ਬੇੜਾ ਭਰ ਚੁੱਕਾ ਹੈ। ਇਹਨਾਂ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਕੇ ਆਪ ਦੇ ਪੁੰਨ ਖਤਮ ਕਰ ਲਏ ਨੇ। ਹੁਣ ਇਹਨਾਂ ਦੀ ਜੜ ਆਪਾਂ ਪੁੱਟ ਦਿੱਤੀ ਹੈ। ਜਿਹੜੀਆਂ ਸ਼ਹੀਦੀਆਂ ਹੋਈਆਂ ਨੇ ਇਹਨਾਂ ਦਾ ਬੇੜਾ ਬਿਠਾਉਣ ਵਾਸਤੇ ਹੋਈਆਂ ਹਨ। ਜੇ ਸ਼ਹੀਦੀਆਂ ਨਾ ਹੁੰਦੀਆਂ, ਜਿਵੇਂ ਨਾਵੇਂ ਪਾਤਸ਼ਾਹ ਨੇ ਆਖਿਆ ਸੀ ਵੀ ਸਿਰ ਦੇਣ ਤੋਂ ਬਗੈਰ ਧਰਮ ਨਹੀਂ ਰਹਿਣਾ, ਹਿੰਦੂ ਧਰਮ ਨੂੰ ਰੱਖਣਾ ਤਾਂ ਸਿਰ ਦੇਣਾ ਪਊਗਾ, ਤੇ ਸਿਰ ਵੀ ਪੂਰਨ ਮਹਾਂਪੁਰਖ ਦਾ। ਇੰਝ ਹੀ ਸਾਹਿਬਜ਼ਾਦੇ ਸ਼ਹੀਦ ਨਾ ਹੁੰਦੇ ਤੇ ਤੁਰਕਾਂ ਨੇ ਕਿੱਧਰ ਜਾਣਾ ਸੀ। ਇੰਨਾ ਉਹਨਾਂ ਦਾ ਬੋਲ ਬਾਲਾ ਸੀਗਾ, ਇਸ ਲਈ ਉਹ ਆਏ ਸ਼ਹੀਦੀਆਂ ਪਾਉਣ ਵਾਸਤੇ ਸਨ। ਤੁਸੀਂ ਕਿਉਂ ਘਬਰਾਉਂਦੇ ਹੋ? ਤੇ ਮਰਨਾ ਤੇ ਸਾਰੇ ਨਹੀਂ ਹੈ, ਬਚਨ ਬਚਾਉਣ ਵਾਲੀ ਕਿਹੜੀ ਗੱਲ ਹੈ। ਇੰਝ ਮਹਾਰਾਜ ਪਿਆਰੇ ਭਾਈ ਧਰਮ ਸਿੰਘ ਨੂੰ ਸਮਝਾ ਰਹੇ ਨੇ, ਭਾਈ ਰੂਪੇ ਦੇ ਪੋਤਰੇ ਨੂੰ। ਉਹ ਜਿਹੜਾ ਪ੍ਰਸੰਗ ਹੈ ਗੁਰੂ ਸਾਹਿਬ ਜੀ ਦਾ, ਉਹ ਆ ਰਿਹਾ ਹੈ ਬੜਾ ਵੈਰਾਗਮਈ। ਆਮ ਲੋਕ ਤਰਕ ਉਠਾਉਂਦੇ ਹਨ ਕਿ ਕਲਗੀਧਰ ਮਹਾਰਾਜ ਦੇ ਕੋਲ ਕੁਛ ਵੀ ਨਹੀਂ ਰਿਹਾ। ਸੋ ਇੰਝ ਪਾਤਸ਼ਾਹ ਜੀ ਆਪ ਦੀ ਅਵਸਥਾ ਨੂੰ ਸਪਸ਼ਟ ਕਰ ਰਹੇ ਨੇ। ਪਿਆਰ ਨਾਲ ਬੋਲੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਵਾਹਿਗੁਰੂ ਸਾਹਿਬ ਜੀ। ਦੁੰਦਬ ਬਜੈ ਨਾ ਤੁਰਕ ਕੇ, ਤੁਰਕਾਂ ਦਾ ਕੋਈ ਵੀ ਨਗਾਰਾ ਨਹੀਂ ਵੱਜੇਗਾ। ਤੋ ਦਲ ਕਿਮ ਹੋਵੇ, ਤਾਂ ਫਿਰ ਇਹਨਾਂ ਦੀ ਫੌਜ ਕਿਵੇਂ ਹੋਵੇਗੀ। ਰਾਜ ਧਰਾ ਪਰ ਜਿਸੀ ਕੋ, ਜਿਨ੍ਹਾਂ ਦਾ ਸਾਰੀ ਧਰਤੀ ਦੇ ਉੱਪਰ ਰਾਜ ਹੈ। ਜਹ ਕਹਿ ਸਭ ਜੋਵੈ, ਜਿੱਥੇ ਕਿਤੇ ਵੀ ਵੇਖਣ ਵਿੱਚ ਆ ਰਿਹਾ ਹੈ। ਇਤਿਆਦਿਕ ਕਾਰਨ ਘਨੇ, ਇਤਿਆਦਿਕ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਦੇ ਬਹੁਤੇ ਕਾਰਨ ਹਨ। ਹੋ ਸਕੈ ਪਛਾਨੇ, ਕੌਣ ਹੈ ਜਿਹੜਾ ਪਹਿਚਾਨ ਸਕਦਾ ਹੈ। ਸਰਬਗਿਆਨ ਕੀ ਕ੍ਰਿਤ ਪਰ, ਜਿਹੜੇ ਸਰਬ ਗਿਆਨ ਅੰਤਰਜਾਮੀ ਹੋਣ ਉਹਨਾਂ ਦੀ ਕਿਰਤ ਦੇ ਉੱਪਰ। ਯਾ ਤਰਕ ਬਖਾਨੇ, ਕੀ ਤਰਕ ਕਹਿਣਾ ਕਰੀਏ। ਮਤ ਥੋੜੀ ਸ਼ਰਧਾ ਬਿਨਾ, ਜਿਨ੍ਹਾਂ ਦੀ ਮਤ ਥੋੜੀ ਸ਼ਰਧਾ ਤੋਂ ਸਖਣੀ ਹੈ। ਜੋ ਤਰਕ ਉਠਾਵੇ, ਸੋ ਜਿਹੜੇ ਤਰਕ ਉਠਾਉਂਦੇ ਨੇ ਉਹਨਾਂ ਦੀ ਮਤ ਸ਼ਰਧਾ ਤੋਂ ਸਖਣੀ ਹੈ। ਭੁਗਤਹਿ ਦੁਖ ਬਹੁ ਬਿਦਿਨ ਕੇ, ਉਹ ਥੋੜੀ ਮਤ ਵਾਲੇ ਤਰਕਸ਼ੀਲ ਬੰਦੇ ਬਹੁਤ ਤਰ੍ਹਾਂ ਦੇ ਦੁੱਖ ਭੋਗਣਗੇ। ਮਹਿ ਸੁਖ ਕੋ ਪਾਵੈ, ਉਹ ਕੋਈ ਵੀ ਸੁਖ ਪ੍ਰਾਪਤ ਨਹੀਂ ਕਰਨਗੇ। ਮੈਂ ਇਕਲ ਹੀ ਕਰ ਸਕਾਂ, ਤੇ ਬਹੁਤਿਆਂ ਦੀ ਗੱਲ ਕੀ ਹੈ, ਮੈਂ ਇਕੱਲਾ ਹੀ ਸ਼ਹੀਦ ਸਿੰਘ ਕਹਿੰਦੇ ਕਰ ਸਕਦਾ। ਕਾਨ ਬਿਨਾਛਾ, ਤੁਰਕਾਂ ਦਾ ਨਾਸ਼। ਮਮ ਸਮ ਲੱਖ ਹੋ ਸਕਤ ਜੁਤ, ਮੇਰੀ ਤਰ੍ਹਾਂ ਸ਼ਹੀਦ ਸਿੰਘ ਕਹਿੰਦਾ ਕਿ ਲੱਖਾਂ ਹੀ ਸ਼ਕਤੀਆਂ ਸਹਿਤ ਸਤਿਗੁਰ ਕੇ ਪਾਸਾ, ਸਤਿਗੁਰਾਂ ਦੇ ਪਾਸ ਪਹਿਰਾ ਦਿੰਦੇ ਹਨ। ਹੱਥ ਜੋੜ ਬੂਝਤ ਰਹੈ, ਹੱਥ ਜੋੜ ਕੇ ਸ਼ਕਤੀਮਾਨ ਸ਼ਹੀਦ ਸਿੰਘ ਪੁੱਛਦੇ ਰਹਿੰਦੇ ਹਨ। ਰੱਬ ਜੀ ਫਰਮਾਵੋ ਕਿ ਹੇ ਸੱਚੇ ਪਾਤਸ਼ਾਹ ਜੀ ਮੈਨੂੰ ਹੁਕਮ ਕਰੋ। ਨਹਿ ਆਗਿਆ ਕੋ ਦੇਤ ਕਬ, ਪਰ ਗੁਰੂ ਸਾਹਿਬ ਜੀ ਕਦੀ ਵੀ ਆਗਿਆ ਨਹੀਂ ਦਿੰਦੇ। ਕਹਿ ਥਿਰੇ ਰਹਾਵੋ, ਕਹਿੰਦੇ ਹਨ ਤੁਸੀਂ ਟਿਕੇ ਰਹੋ, ਕੁਝ ਨਹੀਂ ਕਹਿਣਾ ਕਿਸੇ ਨੂੰ। ਲੱਖੋਂ ਕੋਟ ਸ਼ਹੀਦ ਹੈ, ਲੱਖਾਂ ਅਤੇ ਕਰੋੜਾਂ ਹੀ ਮੇਰੇ ਵਰਗੇ
ਵਰਗੇ ਸ਼ਹੀਦ ਹਨ। ਨਿਤ ਗੁਰ ਅਨੁਸਾਰੀ ਨਿਤ ਪ੍ਰਤੀ ਜੋ ਗੁਰੂ ਸਾਹਿਬ ਦੇ ਅਨੁਸਾਰੀ ਹੋ ਕੇ ਰਹਿੰਦੇ ਨੇ। ਆਸ਼ਿਤ ਤੁਰਤ ਬਣਾਏ ਲੈ ਜੋ ਵੀ ਚਾਹੁਣ ਝਟਪਟ ਬਣਾ ਸਕਦੇ ਹਨ। ਇਮ ਹੈ ਬਲ ਭਾਰੀ ਇਸ ਤਰ੍ਹਾਂ ਸ਼ਹੀਦਾਂ ਦੇ ਵਿੱਚ ਬਹੁਤ ਭਾਰੀ ਬਲ ਹੈ। ਧਰਮ ਸਿੰਘ ਔਰ ਭਰਮ ਹਰ ਭਾਈ ਧਰਮ ਸਿੰਘ ਦੇ ਹਿਰਦੇ ਵਿੱਚੋਂ ਜਿਹੜਾ ਭਰਮ ਸੀ ਉਹ ਚਲਾ ਗਿਆ। ਸ਼ਰਮਿਓ ਪਛਤਾਵਾ ਆਪਦੇ ਆਪ ਦੇ ਵਿੱਚ ਉਹਨੇ ਬੜੀ ਸ਼ਰਮ ਕੀਤੀ, ਬੜਾ ਪਛਤਾਤਾਪ ਕੀਤਾ ਸ੍ਰੀ ਸਤਿਗੁਰ ਸਰਬੱਗ ਮੈਂ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਸਰਬ ਸ਼ਕਤੀਮਾਨ ਅਤੇ ਸਰਬ ਕਲਾ ਸਮਰੱਥ ਹਨ। ਸੰਦੇਹ ਉਠਾਵਾ ਮੈਂ ਐਵੇਂ ਹੀ ਸੰਦੇਹ ਕੀਤਾ ਹੈ। ਹੱਥ ਜੋੜ ਬੰਧਨ ਕਰੀ ਹੱਥ ਜੋੜ ਕੇ ਫਿਰ ਉਹਨੇ ਮੱਥਾ ਟੇਕਿਆ ਧੰਨ ਧੰਨ ਗੁਰਦੇਵਾ ਅਤੇ ਕਿਹਾ ਕਿ ਧੰਨ ਧੰਨ ਸ੍ਰੀ ਗੁਰੂ ਦੇਵ ਜੀ ਧੰਨ ਹਨ। ਆਸ਼ਾ ਜਿਨਹੁ ਗੰਭੀਰ ਹੈ ਜਿਨ੍ਹਾਂ ਦਾ ਆਸ਼ਾ ਵੇਖੋ ਇੰਨਾ ਗੰਭੀਰ ਹੈ। ਉਹ ਲਹੈ ਨਾ ਭੇਵਾ ਉਹਨਾਂ ਦਾ ਮੈਂ ਕੁਝ ਵੀ ਭੇਦ ਨਹੀਂ ਜਾਣਿਆ। ਜਿਉ ਬਹੁਰ ਸ਼ਹੀਦ ਕੋ ਫਿਰ ਸ਼ਹੀਦ ਨੂੰ ਪੁੱਛਿਆ ਤਨ ਕਿਤਕ ਆਕਾਰਾ ਕਿ ਤੁਹਾਡੇ ਤਨ ਦਾ ਆਕਾਰ ਕਿੰਨਾ ਹੈ ਕਿ ਜਾਂ ਏਡੇ ਹੀ ਰਹਿੰਦੇ ਹੋ ਕਿਦੋਂ ਇਤਕ ਹੀ ਰਹਿਤ ਹੋ ਕਿ ਜਾਂ ਤੁਸੀਂ ਇੰਨੇ ਹੀ ਰਹਿੰਦੇ ਹੋ। ਮਾਨਤ ਬਲ ਭਾਰਾ ਅਤੇ ਭਾਰੀ ਸ਼ਕਤੀ ਧਾਰਨ ਕਰਦੇ ਹੋ। ਸੰਸੈ ਕਰੇ ਬਿਨਾਸ਼ ਤੁਮ ਤੁਸੀਂ ਗੁਰੂ ਸਮਾਨ ਹੋ ਕੇ ਮੇਰੇ ਸ਼ੰਕੇ ਨਿਵਰਤ ਕੀਤੇ ਹਨ। ਗੁਰ ਸਮਸਵਰ ਹੋਇ ਕੈ ਮੇਰੇ ਗੁਰੂ ਦੇ ਬਰਾਬਰ ਹੋ ਕੇ ਭਇਓ ਨਿਹਾਲ ਵਿਸਾਲ ਮੈਂ ਤੁਹਾਡੇ ਦਰਸ਼ਨ ਕਰਕੇ ਅਤੇ ਤੁਹਾਡੇ ਬਚਨ ਸੁਣ ਕੇ ਮੈਂ ਬਹੁਤ ਭਾਰੀ ਨਿਹਾਲ ਹੋਇਆ ਹਾਂ। ਮਿਲ ਬਾਕ ਸੁਨੈ ਕੈ ਤੁਹਾਡੇ ਬਚਨ ਸੁਣ ਕੇ ਮੈਂ ਨਿਹਾਲ ਹੋ ਗਿਆ ਹਾਂ। ਭਇਓ ਸ਼ਹੀਦ ਸੁਨੀਜੀਏ ਉਹ ਸ਼ਹੀਦ ਸਿੰਘ ਕਹਿਣ ਲੱਗਾ ਕਿ ਸੁਣੋ ਜਿਮ ਚਾਹੈ ਬਨਾਵੈ ਮੈਂ ਜਿੰਨਾ ਵੀ ਆਕਾਰ ਆਪਣੇ ਸਰੀਰ ਦਾ ਚਾਹਾਂ ਉਹ ਬਣਾ ਸਕਦਾ ਹਾਂ। ਅਵ ਲੋਕ ਹੈ ਤਨ ਵੱਡੇ ਕੋ ਸੋ ਸਾਰੇ ਵੱਡੇ ਸਰੀਰ ਨੂੰ ਵੇਖ ਕੇ ਬਹੁਤ ਤਰਾਸ ਉਪਾਵੈ ਮਨੁੱਖ ਬਹੁਤ ਜ਼ਿਆਦਾ ਡਰ ਜਾਂਦੇ ਹਨ। ਜੇ ਤੇਰੇ ਕੋਲ ਵੀ ਮੈਂ ਇੰਜ ਹੁੰਦਾ ਤੇ ਤੂੰ ਵੀ ਡਰ ਜਾਣਾ ਸੀਗਾ। ਮੈਂ ਆਮ ਮਨੁੱਖਾ ਸਰੀਰ ਵਿੱਚ ਆਇਆ ਹਾਂ। ਸਿੱਖ ਕਦੀਮੀ ਜਾਣ ਕੈ ਮੈਂ ਤੁਹਾਨੂੰ ਮੁੱਢ ਕਦੀਮਾਂ ਦਾ ਸਿੱਖ ਜਾਣ ਕਰਕੇ ਦਿਲ ਬਾਤ ਬਤਾਈ ਇਹ ਗੱਲ ਦੱਸੀ ਹੈ। ਉਂਝ ਅਸੀਂ ਕਿਸੇ ਨਾਲ ਆਪ ਦਾ ਭੇਤ ਨਹੀਂ ਖੋਲਦੇ। ਜੇ ਅਬ ਦੇਖਿਓ ਚਾਹਤ ਹੈ ਹੁਣ ਜੇ ਤੂੰ ਮੇਰੇ ਸਰੀਰ ਨੂੰ ਦੇਖਣਾ ਚਾਹੁੰਦਾ ਹੈ ਸਭ ਦੇਹੋਂ ਦਿਖਾਈ ਤਾਂ ਸਭ ਕੁਝ ਮੈਂ ਤੈਨੂੰ ਦਿਖਾ ਦਿੰਦਾ ਹਾਂ। ਬੋਲਤ ਬਰਦਿਓ ਬਾਪ ਵੱਡੋ ਇੰਜ ਬੋਲ ਕਰਕੇ ਉਹ ਬਹੁਤ ਵੱਡੇ ਸਰੀਰ ਵਾਲਾ ਹੋ ਗਿਆ। ਸੁਨ ਲੱਗ ਹੋਵਾ ਕੋਹਾਂ ਤੱਕ ਉਹਨੇ ਆਪਦੇ ਸਰੀਰ ਨੂੰ ਫੈਲਾ ਲਿਆ। ਆਹੋ ਉਬੈ ਬਹੁ ਦੂਰ ਲੱਗ ਬੜੀ ਦੂਰ ਤੱਕ ਉਹਨੇ ਆਪਣੀਆਂ ਲੰਮੀਆਂ ਬਾਹਾਂ ਕਰ ਲਈਆਂ ਸਿਰ ਨਭ ਲੱਗ ਜੂਵਾ ਅਤੇ ਜਿਹੜਾ ਉਹਦਾ ਸਿਰ ਸੀਗਾ ਉਹ ਆਕਾਸ਼ ਨੂੰ ਜਾ ਕੇ ਲੱਗ ਗਿਆ। ਰੂਪ ਭਿਆਨਕ ਹੇਰ ਕਰ ਬਹੁਤ ਜ਼ਿਆਦਾ ਭਿਆਨਕ ਰੂਪ ਵੇਖ ਕਰਕੇ ਤਰਾਸ ਉਪੰਨਾ ਭਾਈ ਧਰਮ ਸਿੰਘ ਦੇ ਮਨ ਵਿੱਚ ਬੜਾ ਡਰ ਪੈਦਾ ਹੋ ਗਿਆ। ਹੱਥ ਜੋੜ ਕਹਿ ਧਰਮ ਸਿੰਘ ਹੱਥ ਜੋੜ ਕੇ ਭਾਈ ਧਰਮ ਸਿੰਘ ਕਹਿਣ ਲੱਗਾ ਹੋ ਧੰਨ ਧੰਨਾ ਕਿ ਤੁਸੀਂ ਧੰਨ ਹੋ ਧੰਨ ਹੋ। ਸਭ ਵਿਦ ਮੁਝ ਨਿਸ਼ਚੈ ਕਰਿਓ ਸਭ ਤਰ੍ਹਾਂ ਕਰਕੇ
ਤੁਸੀਂ ਮੇਰੇ ਮਨ ਦੇ ਵਿੱਚ ਨਿਸ਼ਚਾ ਬਣਾ ਦਿੱਤਾ ਹੈ। ਮੈਂ ਨੀਕੇ ਜਾਣਾ, ਮੈਂ ਚੰਗੀ ਤਰ੍ਹਾਂ ਤੁਹਾਨੂੰ ਜਾਣ ਲਿਆ, ਸਮਝ ਲਿਆ ਹੈ। ਅਬਿਨਾਸ਼ੀ ਸਤਿਗੁਰ ਪ੍ਰਭੂ, ਸੋ ਚੰਗੀ ਤਰ੍ਹਾਂ ਮੈਂ ਜਾਣ ਗਿਆ ਕਿ ਜੋ ਸਤਿਗੁਰੂ ਉਹ ਪ੍ਰਭੂ ਜੀ ਹਨ, ਅਬਿਨਾਸੀ ਦਾ ਰੂਪ ਨੇ, ਨਿਤ ਮਹਿਦ ਮਹਾਨਾ, ਅਤੇ ਸਦਾ ਵੱਡੇ ਤੋਂ ਵੱਡੇ ਮਹਾਨ ਹਨ। ਹੁਣ ਸ਼ਹੀਦ ਤਨ ਸ਼ੁਭ ਕਰਿਓ। ਫਿਰ ਉਹ ਸ਼ਹੀਦ ਸਿੰਘ ਨੇ ਆਪਣਾ ਜਿਹੜਾ ਸਰੀਰ ਸੀ ਬੜਾ ਨਾਰਮਲ ਜਿਹਾ ਬਣਾ ਲਿਆ। ਸਭ ਸ਼ਕਤ ਦਿਖਾਈ, ਸਾਰੀ ਸ਼ਕਤੀ ਉਹਨੇ ਦਿਖਾ ਦਿੱਤੀ। ਸ਼ੁੱਧ ਹਿਰਦੇ ਤਬ ਹੋਏ ਕੈ, ਫਿਰ ਹਿਰਦਾ ਸ਼ੁੱਧ ਕਰਕੇ ਗਮਨੇ ਅਗਵਾਈ, ਹੋ ਕਰਕੇ ਅੱਗੇ ਨੂੰ ਚੱਲ ਪਏ। ਮਿਲਿਓ ਆਏ ਬੰਧਨ ਕਰੀ, ਆ ਕੇ ਗੁਰੂ ਸਾਹਿਬ ਨੂੰ ਮਿਲਿਆ ਤੇ ਨਮਸਕਾਰ ਕੀਤੀ। ਘਰ ਵਿਵਿਧ ਆਹਾਰਾ, ਕਈ ਪ੍ਰਕਾਰ ਦੇ ਭੋਜਨ ਗੁਰੂ ਜੀ ਅੱਗੇ ਰੱਖ ਕੇ ਮਿਲਿਆ। ਭਾਈ ਧਰਮ ਸਿੰਘ ਤੇ ਬੰਦਨਾ ਕੀਤੀ। ਸਤਿਗੁਰ ਲਖ ਸਿੱਖ ਆਪਣੇ, ਸਤਿਗੁਰੂ ਜੀ ਨੇ ਆਪਣਾ ਸਿੱਖ ਵੇਖ ਕਰਕੇ ਇੱਕ ਹੁਕਮ ਉਚਾਰਾ, ਅਤੇ ਵੇਖ ਕਰਕੇ ਹੁਕਮ ਉਚਾਰਿਆ। ਦੇਹੋ ਪ੍ਰਸਾਦ ਵਰਤਾਏ ਸਭ, ਇਹ ਜਿਹੜਾ ਪ੍ਰਸ਼ਾਦ ਹੈ ਸਾਰਾ ਇਹਨਾਂ ਸਿੱਖਾਂ ਦੇ ਵਿੱਚ ਵਰਤਾ ਦੇਵੋ। ਇਨ ਸਿੱਖਨ ਮਾਹੀ, ਇਹ ਮੰਨ ਕੇ ਮਾਨ ਸਿੰਘ ਬੰਧਨ ਕਰਿਓ। ਭਾਈ ਮਾਨ ਸਿੰਘ ਨੇ ਨਮਸਕਾਰ ਕੀਤੀ ਕਰ ਤਿਸ ਲੈ ਤਿਸ ਪਾਖਾਹੀ, ਅਤੇ ਪ੍ਰਸ਼ਾਦ ਲੈ ਕੇ ਉਹਦੇ ਹੱਥਾਂ ਤੋਂ ਖਾਧਾ। ਇਸ ਵਿਦ ਸਿੱਖ ਸੰਗਤ ਅਧਿਕ, ਇਸ ਤਰ੍ਹਾਂ ਸਾਧ ਸੰਗਤ ਜੀਓ ਹੋਰ ਵੀ ਅਨੇਕਾਂ ਸਿੱਖ ਸੰਗਤਾਂ ਸੁਨ ਸੁਨ ਤਹ ਆਵੈ। ਗੁਰੂ ਸਾਹਿਬ ਜੀ ਦਾ ਕਾਂਗੜ ਨਗਰ ਵਿਖੇ ਨਿਵਾਸ ਹੈ, ਇਹ ਸੁਣ ਸੁਣ ਕੇ ਆਉਂਦੀਆਂ ਹਨ। ਪੂਰਬ ਮਿਲੈ ਸ਼ਮੀਰ ਕੋ, ਪਹਿਲਾਂ ਭਾਈ ਸ਼ਮੀਰ ਨੂੰ ਮਿਲਦੀਆਂ ਨੇ ਨਿਜ ਬਿਨੈ ਸੁਣਾਵੈ, ਅਤੇ ਆਪਣੀ ਬੇਨਤੀ ਸੁਣਾਉਂਦੀਆਂ ਨੇ ਕਿ ਗੁਰੂ ਜੀ ਦੇ ਸਾਨੂੰ ਦਰਸ਼ਨ ਕਰਾਓ ਤੇ ਸਾਡੀ ਅਰਦਾਸ ਕਰੋ। ਦਰਸ਼ਨ ਗੁਰ ਕਰਵਾਈ ਹੈ, ਗੁਰੂ ਸਾਹਿਬ ਜੀ ਦਾ ਸਮਾਂ ਪੁੱਛ ਕੇ ਸਾਨੂੰ ਸੰਗਤਾਂ ਨੂੰ ਦਰਸ਼ਨ ਕਰਵਾਵੋ। ਹੋਏ ਸੰਗ ਹਮਾਰੇ, ਸਾਡੇ ਨਾਲ ਹੋ ਕੇ ਤੁਸੀਂ ਖੁਦ ਆਪ ਗੁਰੂ ਜੀ ਦੇ ਦਰਸ਼ਨ ਕਰਵਾਵੋ। ਅੰਤਰ ਲੈ ਗਮਨ ਹੋ ਸਦਨ, ਇਹ ਭਾਈ ਸ਼ਮੀਰ ਸਾਨੂੰ ਅੰਦਰ ਲੈ ਕੇ ਆਪ ਨਾਲ ਚੱਲੋ। ਜਹ ਪ੍ਰਭੂ ਉਤਾਰੇ, ਜਿੱਥੇ ਗੁਰੂ ਜੀ ਮਹਾਰਾਜ ਦਾ ਉਤਾਰਾ ਕਰਵਾਇਆ ਹੈ। ਤਬ ਸ਼ਮੀਰ ਪ੍ਰਭ ਬੂਝ ਕੈ, ਤਦੋਂ ਭਾਈ ਸ਼ਮੀਰ ਗੁਰੂ ਸਾਹਿਬ ਜੀ ਨੂੰ ਪੁੱਛ ਕੇ ਕਿ ਫਲਾਣੇ ਇਲਾਕੇ ਦੀ ਸੰਗਤ ਆਈ ਹੈ ਤੇ ਆਪ ਦੇ ਦਰਸ਼ਨ ਕਰਨਾ ਚਾਹੁੰਦੀ ਹੈ। ਲੈ ਆਗਿਆ ਜਾਵੈ, ਆਗਿਆ ਲੈ ਕੇ ਸੰਗਤਾਂ ਨੂੰ ਨਾਲ ਲਿਜਾਂਦਾ ਹੈ। ਆਪਣੇ ਸੰਗ ਲਿਜਾਏ ਕਰ, ਭਾਈ ਸ਼ਮੀਰ ਆਪਣੇ ਨਾਲ ਲਿਜਾ ਕਰਕੇ ਦਰਸ਼ਨ ਕਰਵਾਵੈ। ਸੰਗਤਾਂ ਨੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਵਾਉਂਦਾ ਹੈ। ਇਮ ਆਵਤ ਚਹੁ ਦਿਸ਼ਨ ਤੇ, ਇੰਜ ਚਾਰ ਸਵੇਰਿਓਂ ਸੰਗਤਾਂ ਆਉਂਦੀਆਂ ਹਨ। ਸਿੱਖ ਸੰਗਤ ਬ੍ਰਿੰਦਾ, ਬਹੁ ਗਿਣਤੀ ਵਿੱਚ ਸੰਗਤਾਂ ਪਹੁੰਚਦੀਆਂ ਨੇ। ਸਨੇ ਸਨੇ ਦਰਸਹਿ ਗੁਰੂ, ਹੌਲੀ ਹੌਲੀ ਗੁਰੂ ਜੀ ਮਹਾਰਾਜ ਦੇ ਸਾਰੇ ਦਰਸ਼ਨ ਕਰਦੇ ਹਨ। ਪਦ ਪਦਮ ਮਨਿੰਦਾ, ਮਹਾਰਾਜ ਜੀ ਦੇ ਕਮਲਾਂ ਵਰਗੇ ਚਰਨਾਂ ਦੇ ਦਰਸ਼ਨ ਦੀਦਾਰੇ ਪਾਉਂਦੇ ਨੇ। ਭਾਈ ਰੂਪੇ ਕੀ ਕੁੱਲੀ ਇੱਕ, ਭਾਈ ਰੂਪੇ ਦੀ ਇੱਕ ਕੁੱਲੀ, ਗੁੱਦੜ ਹੋਇਆ ਹੋ, ਇੱਕ ਭਾਈ ਗੁੱਦੜ ਹੋਇਆ ਹੈ। ਭਾਈ ਰੂਪੇ ਦੀ ਕੁਲ ਦੇ ਵਿੱਚ
ਇੱਕ ਭਾਈ ਗੁੱਦੜ ਨਾਮ ਦਾ ਸਿੱਖ ਹੋਇਆ ਹੈ। ਅਧਿਕ ਪ੍ਰਤਾਪੀ ਜਗ ਭਇਓ। ਜਿਹੜਾ ਭਾਈ ਗੁੱਦੜ ਬਹੁਤ ਤੇਜ ਪ੍ਰਤਾਪੀ ਸਿੱਖ ਹੋਇਆ ਹੈ। ਬਹੁਤਨ ਤਿਨ ਜੋਇਓ। ਬਹੁਤਿਆਂ ਨੇ ਉਹਦੇ ਦਰਸ਼ਨ ਕੀਤੇ ਹਨ। ਦਇਆਲ ਦਾਸ ਤਿਸ ਕੋ ਪਿਤਾ। ਸੋ ਭਾਈ ਰੂਪੇ ਦੀ ਕੋਲ ਦਾ ਇਹ ਜਿਹੜਾ ਭਾਈ ਗੁੱਦੜ ਹੋਇਆ ਬੜਾ ਤੇਜ ਪ੍ਰਤਾਪੀ ਹੋਇਆ, ਜਿਹਨੂੰ ਬਹੁਤ ਲੋਕਾਂ ਵੇਖਿਆ। ਦਿਆਲ ਦਾਸ ਉਹਦੇ ਪਿਤਾ ਦਾ ਨਾਮ ਸੀਗਾ। ਬੜ ਅਜ਼ਮਤਵੰਤਾ। ਜਿਹੜਾ ਭਾਈ ਗੁੱਦੜ ਬਹੁਤ ਜ਼ਿਆਦਾ ਕਰਾਮਾਤੀ ਸੀਗਾ। ਇਹਦੇ ਵੀ ਗੁਰਦੁਆਰੇ ਦੇ ਮੈਂ ਦਰਸ਼ਨ ਕੀਤੇ ਨੇ। ਇਧਰ ਮਾਲਵੇ ਦੇ ਵਿੱਚ ਭਾਈ ਕਾ ਦਿਆਲ ਪਿੰਡ ਹੈ। ਜਿਸ ਤਰ੍ਹਾਂ ਭਾਈ ਰੂਪਾ ਹੈ ਇਸ ਤਰ੍ਹਾਂ ਭਾਈ ਕਾ ਦਿਆਲ ਪਿੰਡ ਹੈ ਮਾਲਵੇ ਦੇ ਵਿੱਚ। ਉੱਥੇ ਭਾਈ ਗੁੱਦੜ ਸਾਹਿਬ ਜੀ ਦਾ ਗੁਰਦੁਆਰਾ ਹੈ। ਨਿਸ਼ਾਨ ਸਾਹਿਬ ਵੀ ਮੈਂ ਦਰਸ਼ਨ ਕੀਤੇ ਨੇ। ਆ ਜਿਹੜਾ ਮੇਰੇ ਸਾਹਮਣੇ ਥਮਲਾ ਹੈ ਸੰਗਮਰਮਰ ਦਾ, ਏਡਾ ਮੋਟਾ ਨਿਸ਼ਾਨ ਸਾਹਿਬ ਹੋਊਗਾ, ਘੱਟੋ ਘੱਟ ਇਹ ਤੋਂ ਵੱਡਾ ਹੀ ਹੋਊਗਾ, ਛੋਟਾ ਨਹੀਂ। ਹੇਠਾਂ ਤੋਂ ਏਡਾ ਮੋਟਾ ਜਾਂਦਾ ਉੱਪਰ ਨੂੰ, ਲੋਹੇ ਦਾ, ਸਰਬਲੋਹ ਦਾ ਨਿਸ਼ਾਨ ਸਾਹਿਬ। ਇਹਦੇ ਤੋਂ ਮੋਟਾ ਉੱਪਰ ਨੂੰ ਜਾਂਦਾ, ਬਹੁਤ ਉਹਦੀ ਹਾਈਟ ਹੈ, ਬੜਾ ਤਗੜਾ ਹੈ। ਮੈਂ ਸੁਣਿਆ ਕਿ ਪਟਿਆਲੇ ਵਾਲੇ ਮਹਾਰਾਜੇ ਦੇ ਘਰ ਕੋਈ ਬੱਚਾ ਨਹੀਂ ਸੀਗਾ ਤੇ ਉਹ ਇੱਥੇ ਇਹਨਾਂ ਦੇ ਦਰਸ਼ਨ ਕਰਨ ਆਇਆ ਸੀਗਾ ਤੇ ਇਹਨਾਂ ਦੇ ਆ ਕੇ ਲੰਗਰ ਦੀ ਸੇਵਾ ਕੀਤੀ। ਉਹ ਲੰਗਰ ਦੀ ਸੇਵਾ ਬਾਬਤ ਵੀ ਆਉਂਦਾ ਹੈ ਭਈ ਉਹ ਕੋਈ ਨਿਹੰਗ ਸਿੰਘ ਸੀਗਾ ਤੇ ਉਹਨੇ ਜਿਹੜੀ ਰਾਣੀ ਸੀਗੀ, ਰਾਣੀ ਉਹਦੇ ਪੈਰਾਂ ਦੇ ਤਤੀ ਦਾਲ ਪਾਤੀ ਸੀਗੀ। ਤੇ ਇਸ ਤਰ੍ਹਾਂ ਦੀ ਸਾਖੀ ਆਉਂਦੀ ਹੈ। ਬੜੇ ਸਖਤ ਬਚਨ ਹੋਏ। ਇਹ ਜਿਹੜੇ ਭਾਈ ਗੁੱਦੜ ਜੀ ਸਨ ਇਹ ਬ੍ਰਹਮ ਗਿਆਨੀ ਸਨ। ਕਿਸੇ ਨੇ ਮਹਾਰਾਜੇ ਨੂੰ ਦੱਸਿਆ ਵੀ ਜੇ ਤੂੰ ਪੁੱਤਰ ਲੈਣਾ ਤੇ ਉਹਨਾਂ ਦੇ ਚਰਨ ਫੜ। ਤੇ ਇਹਨੇ ਆ ਕੇ ਅਰਦਾਸ ਕੀਤੀ, ਭਾਈ ਗੁੱਦੜ ਜੀ ਨੇ ਕਿਰਪਾ ਕੀਤੀ, ਉਹਨਾਂ ਦੀ ਕੁਲ ਦਾ ਵਾਧਾ ਹੋਇਆ। ਫਿਰ ਪਟਿਆਲੇ ਵਾਲੇ ਮਹਾਰਾਜ ਨੇ ਉਹ ਨਿਸ਼ਾਨ ਸਾਹਿਬ ਲਾਇਆ ਸੀਗਾ ਕਹਿੰਦੇ। ਤੇ ਇਸ ਤਰ੍ਹਾਂ ਦਾ ਚੋਲਾ ਨਹੀਂ ਚੜ੍ਹਿਆ ਜਿਸ ਤਰ੍ਹਾਂ ਗੁਰੂ ਘਰ ਚੜ੍ਹਦਾ। ਉੱਥੇ ਫੁਰਲੇ ਜੇ ਬੰਨੇ ਹੋਏ ਹਨ ਕਾਫੀ ਉਹਦੇ ਉੱਪਰ। ਇੱਕ ਗੁਰਦੁਆਰਾ ਜਫਰਨਾਮਾ ਸਾਹਿਬ ਕਾਂਗੜ ਸ਼ਹਿਰ 'ਚ, ਇੱਕ ਜਫਰਨਾਮਾ ਭਾਈ ਕਾ ਦਿਆਲਪੁਰੇ ਪਿੰਡ 'ਚ ਹੈ। ਉੱਥੇ ਨਿਹੰਗ ਸਿੰਘਾਂ ਦਾ ਸਥਾਨ ਹੈ, ਬੁੱਢਾ ਦਲੀਆਂ ਦਾ। ਉਹ ਵੀ ਕਹਿੰਦੇ ਵੀ ਇੱਥੇ ਵੀ ਜਫਰਨਾਮਾ ਲਿਖਿਆ। ਜਿਸ ਤਰ੍ਹਾਂ ਜੜ ਪੁੱਟੀ ਦੇ ਵੀ ਦੋ ਗੁਰਦੁਆਰੇ ਨੇ, ਇੱਕ ਰਾਏਕੋਟ ਹੈ ਗੁਰਦੁਆਰਾ ਟਾਹਲੀਆਣਾ ਸਾਹਿਬ ਜਿਹਦੇ ਸ਼੍ਰੋਮਣੀ ਕਮੇਟੀ ਹੈ, ਤੇ ਇੱਕ ਸਾਧ ਸੰਗਤ ਜੀ ਉਹਦੇ ਲਾਗੇ ਨਜ਼ਦੀਕ ਬੱਸੀਆਂ ਦੇ ਕੋਲ ਜਗਰਾਉਂ ਨੂੰ ਜਾਂਦਿਆਂ ਰਸਤੇ ਦੇ ਵਿੱਚ ਨਗਰ ਹੈ, ਉੱਥੇ ਮਹਾਂਪੁਰਖਾਂ ਦਾ ਉੱਥੇ ਅਸਥਾਨ, ਉੱਥੇ ਸੇਵਾ ਹੈ। ਉਹ ਕਹਿੰਦੇ ਨੇ ਸਾਡੇ ਇੱਥੇ ਗੁਰਦੁਆਰੇ ਜੜ ਪੁੱਟੀ ਹੈ। ਉਹ ਵੀ ਜੜ ਪੁੱਟੀ ਦਾ ਇਤਿਹਾਸ ਮੰਨਦੇ ਹਨ। ਇੰਜ ਜਫਰਨਾਮੇ ਵੀ ਦੋ ਗੁਰਦੁਆਰਾ ਸਾਹਿਬ, ਇੱਕ ਭਾਈ ਕਾ ਦਿਆਲਪੁਰਾ, ਇੱਕ ਇੱਥੇ ਕਾਂਗੜ ਸ਼ਹਿਰ। ਪਰ ਜਿੱਥੇ ਬਹੁਤਾ ਪੰਥ ਮੰਨਦਾ ਹੋਵੇ ਉੱਥੇ ਹੀ ਮੰਨਿਆ ਜਾਂਦਾ ਹੈ। ਤੋ ਭਾਈ ਗੁੱਦੜ ਦਾ ਨਿਸ਼ਾਨ ਸਾਹਿਬ ਵੀ ਹੈ। ਇਹ ਬੜੇ ਵੱਡੇ ਮਹਾਂਪੁਰਖ ਹੋਏ ਹਨ। ਇੱਕ ਇਹਨਾਂ ਬਾਬਤ ਮੈਂ ਇਹ ਵੀ ਸੁਣਿਆ, ਜੇ ਮੈਂ ਗਲਤ ਨਾ ਹੋਵਾਂ, ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮਾਂ ਦਾ ਜਨਮ ਹੋਇਆ ਸੀਗਾ ਇੱਥੇ ਬਡਰੁੱਖਾਂ ਪਿੰਡ, ਤੇ ਜਿਹੜੇ ਮਹਾਰਾਜੇ ਦੇ ਨਾਨਾ ਜੀ ਸਨ ਜਿਨ੍ਹਾਂ ਸੰਤਾਂ ਨੂੰ ਦੁੱਧ ਪਿਉਣ ਜਾਂਦੇ ਸੀ, ਇਹੀ ਸੰਤ ਸੀਗੇ ਬਾਬਾ ਗੁੱਦੜ ਸਿੰਘ ਜੀ, ਜੇ ਮੈਂ ਭੁੱਲਦਾ ਨਾ ਹੋਵਾਂ ਦਾ। ਇਹ ਬ੍ਰਹਮ ਗਿਆਨੀ ਸੀ ਪੂਰਨ। ਇਹਨਾਂ ਹੀ ਦੱਸਿਆ ਸੀਗਾ ਵੀ ਜਾਓ, ਤੁਹਾਡੇ ਘਰ ਦਾ ਦੁੱਧ ਹੀ ਨਹੀਂ, ਇਹ ਜ਼ਹਿਰ ਹੈ, ਮੈਂ ਨਹੀਂ ਪੀਣਾ। ਤੁਹਾਡੇ ਘਰ 'ਚ ਪਾਪ ਹੋਇਆ, ਉਹਦੀ ਕੁੱਖੋਂ ਦਾ ਮਹਾਰਾਜੇ ਨੇ ਜਨਮ ਲੈਣਾ। ਅਜੇ ਉਹ ਲੜਕੀ ਜਿਉਂਦੀ ਹੈ ਤੇ ਮਾਈਆਂ ਨੇ ਬਹੁਤ ਵੱਡਾ ਪਾਪ ਕੀਤਾ, ਉਹਨੂੰ ਧਰਤੀ 'ਚ ਦੱਬਿਆ ਹੋਇਆ। ਗੁੜ ਖਾਈ ਪੂਣੀ ਕੱਤੀ, ਆਪ ਨਹਾਵੀ ਵੀਰਾਂ ਨੂੰ ਕੱਤੀ। ਘੜੇ 'ਚ ਪਾ ਕੇ ਦੱਬ ਦਿੰਦੇ ਸਨ ਜੰਮਣ ਤੋਂ ਬਾਅਦ।
ਤੇ ਅੱਜ ਕੱਲ ਹੋਰ ਕਈ ਸਾਇੰਸ ਦੇ ਤਰੀਕੇ ਹਨ। ਤੇ ਇੰਜ ਇਹਨਾਂ ਮਹਾਂਪੁਰਖਾਂ ਨੇ ਆਖਿਆ ਸੀਗਾ, ਬ੍ਰਹਮ ਗਿਆਨੀ ਸੰਤਾਂ ਨੇ। ਫਿਰ ਇਹਦੇ ਨਾਨਾ ਜੀ ਆਏ ਤੇ ਮਾਈਆਂ ਨੂੰ ਝਿੜਕਿਆ ਤੇ ਉਹਨਾਂ ਨੂੰ ਕੁਛ ਪਤਾ ਹੀ ਨਹੀਂ। ਕਹਿੰਦੇ ਮੈਨੂੰ ਤਾਂ ਪਤਾ ਨਹੀਂ। ਕਹਿੰਦੇ ਜਾ ਫਿਰ, ਤੁਹਾਡੇ ਘਰ ਪਾਪ ਹੋਇਆ, ਜਾ ਕੇ ਪੁੱਛ। ਤੇ ਉਹ ਘੜਾ ਕੱਢਿਆ ਤੇ ਉਸ ਬੱਚੀ ਦੀ ਪਾਲਣਾ ਕੀਤੀ। ਬਡਰੁੱਖਾਂ ਪਿੰਡ ਸੋ ਜਿਨ੍ਹਾਂ ਦੀ ਕੁੱਖ ਤੋਂ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ। ਇਉਂ ਭਾਈ ਗੁੱਦੜ ਜੀ ਮਹਾਂਪੁਰਖ ਬ੍ਰਹਮ ਗਿਆਨੀ ਹੋਏ ਹਨ। ਇਹ ਭਾਈ ਰੂਪੀ ਦੇ ਕੁਲ ਦੇ ਹੋਏ ਨੇ। ਤੇ ਭਾਈ ਦਿਆਲ ਸਿੰਘ ਇਹਨਾਂ ਦੇ ਪਿਓ ਦਾ ਨਾਮ ਸੀਗਾ। ਤੇ ਉੱਥੇ ਭਾਈ ਕਾ ਦਿਆਲਪੁਰਾ ਨਗਰ ਵਸ ਰਿਹਾ, ਜਿੱਥੇ ਇਹਨਾਂ ਦਾ ਗੁਰਦੁਆਰਾ ਨਿਸ਼ਾਨ ਸਾਹਿਬ ਹੈ। ਬੜ ਅਜ਼ਮਤਵੰਤਾ ਇਹ ਬਹੁਤ ਜ਼ਿਆਦੇ ਕਰਮਤੀ ਹੋਏ ਹਨ। ਗੁਰ ਆਏ ਸੁਣ ਕੇ ਗਇਓ। ਗੁਰੂ ਸਾਹਿਬ ਜੀ ਆਏ ਹਨ, ਇਹ ਵੀ ਸੁਣ ਕੇ ਗਏ। ਚਿਤ ਦਰਸ ਚਹੰਤਾ ਚਿੱਤ ਵਿੱਚ ਦਰਸ਼ਨ ਕਰਨੇ ਚਾਹੁੰਦੇ ਹਨ। ਮਿਲ ਸ਼ਮੀਰ ਕੇ ਸਾਥ ਤਿਨ ਸੋ ਭਾਈ ਸ਼ਮੀਰ ਦੇ ਨਾਲ ਮਿਲ ਕੇ ਗੁਰ ਨਿਕਟ ਪਠਾਇਓ। ਗੁਰੂ ਜੀ ਮਹਾਰਾਜ ਜੀ ਦੇ ਕੋਲ ਗਏ ਹਨ। ਦੇ ਆਗਿਆ ਪ੍ਰਭ ਬਦਨ ਤੇ ਗੁਰੂ ਸਾਹਿਬ ਦੇ ਸੁਭਾਈ ਮਨ ਮੁਖ ਤੋਂ ਆਗਿਆ ਲੈ ਕੇ ਅੰਦਰ ਸੋ ਲਿਆਇਓ। ਅੰਦਰ ਲੈ ਕੇ ਆਏ ਹਨ। ਇਕ ਤਿਖਾਨ ਸੰਗ ਆਨ ਤਿਹ ਇੱਕ ਤਰਖਾਣ ਦੇ ਨਾਲ ਆ ਕੇ ਦਰਸ਼ਨ ਤਬ ਕੀਨਾ। ਭਾਈ ਗੁੱਦੜ ਜੀ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ। ਕਰ ਜੋਰੇ ਸਿਰ ਧਰ ਧਰਿਓ। ਉਹ ਸੱਤ ਜੋੜੇ ਤੇ ਧਰਤੀ ਦੇ ਆਪਣਾ ਸਿਰ ਰੱਖ ਕੇ ਕਰ ਨਮੋ ਪ੍ਰਵੀਨਾ। ਸਿਆਣੇ ਮਹਾਂਪੁਰਖ ਭਾਈ ਗੁੱਦੜ ਜੀ ਨੇ ਨਮਸਕਾਰ ਕੀਤੀ ਗੁਰੂ ਸਾਹਿਬ ਜੀ ਨੂੰ। ਕੋਸ਼ਿਸ਼ ਸੂਖਮ ਵਸਤਰ ਕੀ ਬੜੇ ਬਰੀਕ ਤੇ ਕੋਮਲ ਕੱਪੜੇ ਦਾ ਪੋਸ਼ਾਕ ਗੁਰ ਆਗੇ ਰਾਖੀ। ਉਹਨ ਗੁਰੂ ਮਹਾਰਾਜ ਦੇ ਸਨਮੁਖ ਰੱਖੀ। ਕੁਸ਼ਲ ਪ੍ਰਸ਼ਨ ਸਭ ਹੂੰ ਕਹਿਓ। ਸੁਖ ਸਾਂਦ ਸਭ ਪ੍ਰਕਾਰ ਕਹੀ ਅਤੇ ਬਿਰਤੀ ਬਹੁ ਭਾਖੀ। ਫਿਰ ਬਹੁਤ ਤਰ੍ਹਾਂ ਬੇਨਤੀਆਂ ਕੀਤੀਆਂ। ਬੈਠੇ ਪ੍ਰਭੂ ਸਮੀਪ ਤਬ ਫਿਰ ਸਤਿਗੁਰੂ ਜੀ ਮਹਾਰਾਜ ਦੇ ਪਾਸ ਬੈਠੇ। ਚਿਰ ਕਾਲ ਬਿਤਾਏ ਬਹੁਤ ਲੰਬਾ ਸਮਾਂ ਬਤੀਤ ਹੋਇਆ। ਕਹਿਤ ਸੁਨਤ ਸ਼ੁਭ ਵਾਰਤਾ। ਫਿਰ ਸੋ ਕਹਿ ਸੁਣ ਕਰਕੇ ਸ਼ੁਭ ਵਾਰਤਾ। ਸਤਿਗੁਰ ਬਿਗਸਾਏ ਸਤਿਗੁਰੂ ਮਹਾਰਾਜ ਸਾਹਿਬ ਜੀ ਮੁਸਕਰਾਏ ਹਨ। ਭਏ ਪ੍ਰਸੰਨ ਸਮੀਰ ਪਰ ਭਾਈ ਸ਼ਮੀਰ ਦੇ ਉੱਪਰ ਬਹੁਤ ਪ੍ਰਸੰਨ ਹੋਏ। ਬੜ ਸੇਵ ਕਰੰਤਾ। ਭਾਈ ਸ਼ਮੀਰ ਦਿਨ ਵੀ ਅਤੇ ਰਾਤ ਵੀ ਦਿਨੇ ਸੰਗਤਾਂ ਨੂੰ ਦਰਸ਼ਨ ਕਰਾਉਂਦਾ ਰਹਿੰਦਾ। ਜੋ ਵੀ ਲੋੜ ਹੁੰਦੀ ਜਲ ਪਾਣੀ ਆਦਿਕ ਹਾਜ਼ਰ ਕਰਦਾ ਤੇ ਰਾਤ ਨੂੰ ਪਹਿਰਾ ਦਿੰਦਾ ਸਾਰੀ ਸਾਰੀ ਰਾਤ। ਮਹਾਰਾਜ ਬੜੇ ਖੁਸ਼ ਹੋਏ ਕਿ ਧੰਨ ਹੈ ਭਾਈ ਸ਼ਮੀਰ। ਜਲ ਭੋਜਨ ਬਹੁ ਭਾਂਤ ਕੇ ਸੋ ਬਹੁਤ ਤਰ੍ਹਾਂ ਦੇ ਭੋਜਨ ਅਤੇ ਜਲ ਪਾਣੀ ਆਦਿਕ ਕਰ ਤਿਆਰ ਤੁਰੰਤਾ। ਸੰਗਤਾਂ ਵਾਸਤੇ ਗੁਰੂ ਸਾਹਿਬ ਜੀ ਦੇ ਵਾਸਤੇ ਤੁਰੰਤ ਹੀ ਲੋੜ ਮੁਤਾਬਕ ਤਿਆਰ ਕਰਦਾ। ਪ੍ਰੇਮ ਸਮੇਤ ਆਵਾਚ ਅਚਾਵਹੀ। ਬੜੇ ਪ੍ਰੇਮ ਦੇ ਸਹਿਤ ਗੁਰੂ ਜੀ ਮਹਾਰਾਜ ਨੂੰ ਛਕਾਉਂਦਾ ਹੈ। ਕਰ ਜੋਰ ਖਰੋਵੈ ਦੋਨੇ ਹੱਥ ਜੋੜ ਕਰਕੇ ਖੜਦਾ ਹੈ। ਕਰੈ ਸ਼ੀਘਰ ਹੀ ਕਾਜ ਸੋ। ਜੋ ਵੀ ਕੋਈ ਕੰਮ ਦੀ ਲੋੜ ਹੁੰਦੀ ਝਟਪਟ ਕਰਦਾ। ਜਿਵੇਂ ਆਗਿਆ ਹੋਵੈ ਜਿਵੇਂ ਗੁਰੂ ਮਹਾਰਾਜ ਸਾਹਿਬ ਦੀ ਆਗਿਆ ਹੁੰਦੀ ਹੈ। ਮੈਂ ਪ੍ਰਸੰਨ ਸ਼੍ਰੀ ਮੁਖ ਕਹਿਓ। ਪ੍ਰਸੰਨ ਹੋ ਕੇ ਕਲਗੀਧਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਆਖਿਆ। ਸੁਨ ਸਿੱਖ ਸਿੱਖ ਸ਼ਮੀਰਾ। ਇਹ ਭਾਈ ਸ਼ਮੀਰ ਸਿੱਖ ਤੂੰ ਸੁਣ। ਦੂਰ ਦੂਰ ਲਉ ਹੈ ਘਨੇ। ਦੂਰ ਦੂਰ ਤੱਕ ਤੂੰ ਘੋੜੇ ਟਿਕਾਏਂਗਾ। ਮਤਲਬ ਕਹਿਣ ਦਾ ਤੂੰ ਰਾਜ ਭੋਗੇਂਗਾ। ਰਾਜਿਆਂ ਦੀ ਫੌਜ ਹੁੰਦੀ ਹੈ ਘੋੜੇ ਆਦਿਕ ਤੇ ਦੂਰ ਦੂਰ ਤੱਕ ਖੜੇ ਹੋਣਗੇ। ਫਿਰ ਕਰੋ ਸਧੀਰਾ।
हे ਧੀਰਜਵਾਨ ਤੂੰ ਰਾਜ ਭੋਗੇਂਗਾ। ਦਇਆਲ ਦਾਸ ਪੋਸ਼ਿਸ਼ ਦਈ। ਦਿਆਲ ਦਾਸ ਪੁੱਤਰ ਨੇ ਸਾਡੇ ਅੱਗੇ ਪੁਸ਼ਾਕ ਚੜਾ ਦਿੱਤੀ ਹੈ। ਹਮ ਅਗਰ ਚੜਾਈ। ਸਾਡੇ ਅੱਗੇ ਭਾਈ ਦਿਆਲ ਦਾਸ ਦੇ ਪੁੱਤਰ ਭਾ ਬ੍ਰਹਮ ਗਿਆਨੀ ਬਾਬਾ ਗੁੱਦੜ ਸਿੰਘ ਜੀ ਨੇ ਪੁਸ਼ਾਕ ਚੜਾਈ ਹੈ। ਸੋ ਪਹਿਰਹੁ ਤਨ ਆਪਣੇ। ਉਹ ਤੂੰ ਆਪਦੇ ਸਰੀਰ ਉੱਪਰ ਪਹਿਨ ਲਾ। ਉਹ ਪੁਸ਼ਾਕ ਬੜੀ ਵਧੀਆ ਸੀ, ਰਾਜਿਆਂ ਮਹਾਰਾਜਿਆਂ ਵਾਲੀ, ਐ ਚਮਕਾਰੇ ਮਾਰਦੀ। ਸਤਨਾਮ ਅਲਾਈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਬੋਲ ਤੇ ਪੁਸ਼ਾਕ ਪਾ। ਜਹ ਲਗ ਘੋਰਾ ਫੇਰ ਲਿਹੋ। ਤੇ ਵੀਰ ਮੇਰਾ ਘੋੜੇ ਤੇ ਚੜ ਤੇ ਜਿੱਥੋਂ ਤੱਕ ਤੂੰ ਘੋੜਾ ਫੇਰ ਲਵੇਂਗਾ ਤਜ ਲਗ ਤੁਮ ਰਾਜੂ। ਉਥੋਂ ਤੱਕ ਤੇਰਾ ਰਾਜ ਹੋ ਜਾਏਗਾ। ਇੱਕ ਵਾਰ ਫਿਰ ਕਹਿ ਦੋ ਸਤਨਾਮ ਸ੍ਰੀ ਵਾਹਿਗੁਰੂ। ਇਹ ਬਚਨ ਗੁਰੂ ਗੋਬਿੰਦ ਸਿੰਘ ਦੇ ਨੇ, ਜੋ ਰੱਬ ਹਨ। ਰੱਬ ਦਾ ਰੂਪ ਤਾਂ ਦੂਜਾ ਹੋ ਜਾਂਦਾ, ਖੁਦ ਭਗਵਾਨ ਨੇ। ਇਹਨਾਂ ਦੇ ਬਚਨਾਂ ਦੇ ਉੱਪਰ ਤਾਂ ਤਰਕ ਕਰਨੀ ਬਣਦੀ ਹੋਈ ਨਹੀਂ, ਪਰ ਖੋਟਾ ਮਾਮਾ ਮਨ ਵਿਗਾੜੇਗਾ। ਮੈਂ ਬੰਬੇ ਮਹਾਂਪੁਰਖਾਂ ਨਾਲ ਜਾਂਦਾ ਰਿਹਾ, ਵਿਕਰੌਲੀ ਸਾਡੇ ਮਾਝੇ ਦੇ ਟਰੱਕ ਡਰਾਈਵਰ ਨੇ, ਤੇ ਉਹਨਾਂ ਮੈਨੂੰ ਸੁਣਾਇਆ, ਕਹਿੰਦੇ ਪਹਿਲਾਂ ਦਾਦਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰਬੰਧਕ ਜਨਾਂ ਦੀ ਕੋਲ ਬੇਨਤੀਆਂ ਕਰਨੀਆਂ ਤੇ ਰਿਕੁਐਸਟ ਕਰਨੀ ਵੀ ਸਿੰਘਾਂ ਨੇ ਆਉਣਾ ਹੈ, ਪ੍ਰਬੰਧ ਕਰਨਾ, ਸੋਚਣਾ ਮਨਾ, ਕਿਸੇ ਨੂੰ ਕਹਿਣਾ ਨਾ ਪਏ, ਸਾਡਾ ਆਪਦਾ ਹੀ ਕੁਛ ਬਣ ਜਾਏ। ਸੰਤਾਂ ਨੂੰ ਆਖਿਆ ਵੀ ਸਿੰਘ ਜ਼ਿਆਦਾ ਸੰਗਤਾਂ ਜ਼ਿਆਦੀਆਂ ਹੁੰਦੀਆਂ ਨੇ, ਕਿ ਸਾਡਾ ਆਪਣਾ ਹੀ ਬਣਾ ਦਿਓ। ਤੇ ਸੀਓ ਟਰੱਕ ਡਰਾਈਵਰ, ਜਿੱਥੇ ਉਹਨਾਂ ਦੀ ਵਰਕਸ਼ਾਪ, ਮਾੜੇ ਮੋਟੇ ਘਰ ਘੁਰ ਬਣੇ, ਹੁਣ ਵਿਕਰੌਲੀ ਗੁਰਦੁਆਰਾ ਸਾਹਿਬ ਹੈ, ਉਹਨਾਂ ਮੈਨੂੰ ਦੱਸਿਆ, ਕਹਿੰਦੇ ਇੱਥੇ ਖੜ ਕੇ ਸੰਤਾਂ ਨੇ ਆਖਿਆ ਵੀ ਆਹ ਜਗ੍ਹਾ ਵਧੀਆ ਨਹੀਂ ਗੀ। ਕਹਿੰਦੇ ਹਾਂ ਜਗ੍ਹਾ ਤਾਂ ਸਹੀ ਆ। ਤੁਸੀਂ ਵੇਖੋ ਚੰਡੀਗੜ੍ਹ ਦੇ ਕਾਨੂੰਨ ਕਿੰਨੇ ਸਖਤ ਨੇ, ਦਿੱਲੀ ਉਹਦੇ ਤੋਂ ਵੀ ਜ਼ਿਆਦਾ, ਤੇ ਸਭ ਤੋਂ ਜ਼ਿਆਦਾ ਸਖਤੀ ਬੰਬੇ ਹੈ। 1 ਇੰਚ ਵੀ ਜਗ੍ਹਾ ਲੈਣੀ ਬੜੀ ਔਖੀ ਹੈ। 100 ਦੇ ਤਰਲੇ ਮਾਰੋ, 100 ਦੇ ਸਾਈਨ ਕਰਾਓ, ਤੇ ਫਿਰ ਵੀ ਪੈਸੇ ਦੇ ਨਾਲ ਬੜੀ ਮੁਸ਼ਕਿਲ ਮਿਲਦੀ ਹੈ। ਮਹਾਂਪੁਰਖ ਕਹਿਣ ਲੱਗੇ ਵੀ ਜੇ ਜਗ੍ਹਾ ਤੁਹਾਡੇ ਪਸੰਦ ਹੈ ਤਾਂ ਇਉਂ ਕਰੋ, ਉਹ ਚਾਦਰਾ ਬੰਨ੍ਹਦੇ ਨੇ, ਕੋਈ ਪੈਂਟ ਪਜਾਮਾ ਨਹੀਂ, ਜੱਟਾਂ ਵਾਲਾ ਲਿਬਾਸ। ਮੈਂ ਕਈ ਵਾਰੀ ਕਹਿਣਾ ਵੀ ਤੁਸੀਂ ਮਹਾਂਪੁਰਖਾਂ ਦੀ ਸੰਗਤ ਕੀਤੀ ਹੈ ਤੇ ਉੱਤੋਂ ਦੀ ਗਾਤਰੇ ਪਾਏ ਨੇ, ਵੀ ਇਹ ਚਾਦਰਾ ਚੁਦਰਾ ਕਿੱਥੋਂ ਆ ਗਿਆ, ਵੀ ਇਹ ਤਾਂ ਲਵਾ ਦੇਈਦਾ। ਕਹਿੰਦੇ ਜਾਓ ਜਾਓ ਆਪਣਾ ਕੰਮ ਕਰੋ, ਤੁਸੀਂ ਨਵੇਂ ਆਏ, ਸਾਨੂੰ ਸੰਤਾਂ ਨੇ ਇਹ ਇਜਾਜ਼ਤ ਦਿੱਤੀ ਹੈ, ਇਹੀ ਤਾਂ ਸਾਡੀ ਸ਼ਾਨ ਹੈ ਪੰਜਾਬੀਆਂ ਦੀ। ਕਹਿੰਦੇ ਵੇਖੋ ਪੰਜਾਬ 'ਚ ਕਈ ਕੁਛ ਹੋਇਆ, ਤੇ ਇੱਥੇ ਸ਼ਿਵ ਸੈਨਾ ਵਾਲੇ ਸਾਡੇ ਤੋਂ ਥਰ ਥਰ ਕੰਬਦੇ। ਇਹ ਚਾਦਰੇ ਦਾ ਹੀ ਸਾਰਾ ਪ੍ਰਤਾਪ ਹੈ, ਕੋਈ ਲਾਗੇ ਨਹੀਂ ਆਇਆ 84 ਦੇ ਵਿੱਚ। ਤੇ ਇਸ ਵਾਸਤੇ ਇਹ ਸੰਤਾਂ ਨੇ ਸਾਨੂੰ ਆਗਿਆ ਦਿੱਤੀ ਹੈ ਵੀ ਕੋਈ ਨਹੀਂ ਬੰਨ ਲਿਆ ਕਰੋ। ਅੰਮ੍ਰਿਤ ਛਕਿਆ ਆਪਾਂ ਰਹਿਤ ਰੱਖੀ ਦੀ ਹੈ। ਸੰਤ ਮਹਾਂਪੁਰਖ ਕਹਿਣ ਲੱਗੇ, ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਟਕਸਾਲ ਦੇ 13ਵੇਂ ਮੁਖੀ, ਸੰਤ ਜਰਨੈਲ ਸਿੰਘ ਤੋਂ ਪਹਿਲਾਂ ਜਿਹੜੇ ਹੋਏ, ਕਹਿੰਦੇ ਸਿੰਘੋ ਫਿਰ ਜਿੱਥੋਂ ਤੱਕ ਤੁਸੀਂ ਧਮਾਲ ਪਾ ਦਿਓਗੇ, ਸਤਿਨਾਮ ਵਾਹਿਗੁਰੂ ਕਹਿ ਕੇ ਫੇਰਾ ਲਾ ਲਓਗੇ, ਤੇ ਜਿੰਨੀ ਜਗ੍ਹਾ ਤੁਹਾਨੂੰ ਚਾਹੀਦੀ ਓਨੀ ਵੱਲ ਲਓ। ਜੇ ਕੋਈ ਪੁੱਛੂਗਾ ਫਿਰ ਵੇਖੀ ਜਾਊਗੀ। ਆਪਾਂ ਕਿਹੜਾ ਆਪਦੇ ਘਰ ਲੈ ਜਾਣੀ ਹੈ, ਇੱਥੇ ਰੱਬ ਦਾ ਨਾਮ ਹੀ ਲੈਣਾ, ਕਥਾ ਕੀਰਤਨ ਕਰਨਾ। ਕਹਿੰਦੇ ਉਦੋਂ ਦੀ ਜਗ੍ਹਾ ਬੜੀ ਹੋਈ, ਅੱਜ ਤੱਕ ਬੜੇ ਰੌਲਾ ਪਾਉਣ ਵਾਲੇ ਆਏ, ਤੋ ਕਿਸੇ ਨੇ ਤਰੀਕਾ ਸਮਝਾਇਆ, ਲਾਗੇ ਸਕੂਲ ਖੋਲ੍ਹ ਲਓ, ਸਕੂਲ ਖੋਲ੍ਹਤਾ, ਨਾਲੇ ਪੰਜਾਬੀਆਂ ਦੇ ਪੰਜਾਬੀ ਪੜ੍ਹਨ ਬੱਚੇ, ਗਰੀਬਾਂ ਦਾ ਵੀ ਭਲਾ, ਤੇ ਉਹ ਸਕੂਲ ਦੇ ਨਾਂ ਦੀ ਜਗ੍ਹਾ ਪਾਸ ਕਰਾ ਲਈ। ਹੁਣ ਚੜ੍ਹਦੀ ਕਲਾ ਸੋਹਣਾ ਵਿਕਰੌਲੀ ਸ਼ਹਿਰ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਜਦੋਂ ਵੀ ਮੈਂ ਗਿਆ ਉੱਥੇ ਹੀ ਆਸਨ ਹੋਏ। ਤੇ ਇਸ ਵਾਸਤੇ ਇਹ ਤਾਂ ਗੁਰੂ ਸਾਹਿਬ ਖੁਦ ਆਪ ਭਗਵਾਨ ਨੇ। ਜੇ ਮਹਾਰਾਜ ਦਾ ਸਿੱਖ ਵੀ ਕਿਤੇ ਬਚਨ ਕਰਦੇ, ਅਸੀਂ ਕਦੀ ਸੁਪਨੇ 'ਚ ਨਹੀਂ ਸੋਚਿਆ। ਤੁਸੀਂ ਕਿਤੇ ਦਰਬਾਰ ਸਾਹਿਬ ਜਾਓ, ਕਈ ਮੈਨੂੰ ਪੁੱਛਦੇ ਵੀ ਕੋਈ ਫੋਨ ਫਾਨ ਕਰੋ, ਕਮਰਾ ਲੈਣਾ, ਕਮਰਾ ਲੈ ਕੇ ਦਿਖਾਓ ਉੱਥੇ ਸ਼੍ਰੋਮਣੀ ਕਮੇਟੀ ਕੋਲੋਂ। ਕਮਰਾ ਨਹੀਂ ਮਿਲਦਾ ਰਾਤ ਨੂੰ, ਕਹਿੰਦੇ ਸਾਰੇ ਬੁੱਕ ਨੇ। ਤੇ ਕਿੱਡਾ ਵੱਡਾ ਗੁਰਦੁਆਰਾ ਸਾਹਿਬ ਵੇਖੋ, ਮਹਾਂਪੁਰਖ ਬਾਬੇ ਜਰਨੈਲ ਸਿੰਘ ਦਾ
ਸਾਨੂੰ ਪਤਾ ਹੀ ਨਹੀਂ ਵੀ ਇਹ ਜਗ੍ਹਾ ਸਾਨੂੰ ਮਿਲ ਜਾਊਗੀ। ਸੋ ਇਹ ਗੁਰੂ ਸਾਹਿਬ ਦੀ ਕਿਰਪਾ ਹੈ। ਜਿੱਥੇ ਉਹਨਾਂ ਦੀ ਕੁਰਬਾਨੀ ਹੋਈ ਬਿਲਕੁਲ ਨਿਸ਼ਾਨ ਸਾਹਿਬਾਂ ਦੇ ਮੁੱਢ 'ਚ ਮਹਾਰਾਜ ਨੇ ਜਗ੍ਹਾ ਦਿੱਤੀ। ਇਹਨਾਂ ਉਹਨਾਂ ਨੇ ਆਖਿਆ ਵੀ ਗੁਰਦੁਆਰਾ ਸਾਹਿਬ ਦੀ ਦਰਬਾਰ ਸਾਹਿਬ ਜੀ ਦੇਖ 'ਚ ਫਰਕ ਨਾ ਪਏ, ਬਾਹਰੋਂ ਨਹੀਂ ਪਤਾ ਲੱਗਦਾ, ਪਰ ਕਰਮਾਂ ਦੇ ਵਿੱਚੋਂ ਹੀ ਰਸਤਾ ਬਿਲਕੁਲ ਨਾਲ ਹੀ ਨਿਸ਼ਾਨ ਸਾਹਿਬਾਂ ਦੇ ਆਲੀਸ਼ਾਨ ਸੁੰਦਰ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਜ਼ਿਆਦਾ ਬਾਬਾ ਹਰਨਾਮ ਸਿੰਘ ਜੀ ਧੁਮਾ ਨਗਰ ਦੇ ਜਿਹੜੇ ਹੁਣ ਮੁਖੀ ਨੇ ਗੁੰਮਟ ਲੱਗੇ ਬਣਾਉਣ, ਕਮੇਟੀ ਇਕੱਠੀ ਹੋ ਕੇ ਆ ਗਈ। ਕਹਿੰਦੇ ਬਾਬਾ ਜੀ ਬੜੇ ਸਿਆਣੇ ਹੋ, ਲਾਗੇ ਨਵੇਂ ਪਾਤਸ਼ਾਹ ਦਾ ਤਾਂ ਗੁੰਮਟ ਹੈ ਨਹੀਂ, ਤੁਸੀਂ ਸੰਤਾਂ ਦਾ ਗੁੰਮਟ ਬਣਾ ਰਹੇ ਹੋ। ਕਹਿੰਦੇ ਹਾਂ ਗੱਲ ਤਾਂ ਸਹੀ ਹੈ, ਇਹ ਤਾਂ ਗੱਲ ਗਲਤ ਹੈ ਵੀ ਸੰਤਾਂ ਦਾ ਗੁੰਮਟ ਹੋਵੇ ਤੇ ਮਹਾਰਾਜ ਦੇ ਸਿਰ ਤੇ ਕਲਸ਼ ਤੇ ਗੁੰਮਟ ਹੋਵੇ ਹੀ ਨਾ। ਗੁਰਦੁਆਰਾ ਥੜਾ ਸਾਹਿਬ ਨਾ ਲਾਗੇ ਬੜਾ ਪੁਰਾਣਾ ਸੀਗਾ, ਉਹਨਾਂ ਉੱਥੇ ਗੁਰਦੁਆਰਾ ਰੋਕਤਾ। ਕਹਿੰਦੇ ਲਓ ਸੇਵਾ ਛੱਡੀ, ਪਹਿਲਾਂ ਇਹਨੂੰ ਸਵਾਰਾਂਗੇ। ਉਹਦੀ ਸੇਵਾ ਕੀਤੀ। ਤੁਸੀਂ ਜਾ ਕੇ ਵੇਖਿਓ, ਜਿਸ ਤਰ੍ਹਾਂ ਇੱਥੇ ਬੈਠੇ ਆ ਮਨ 'ਚ ਬੜੀ ਖੁਸ਼ੀ ਆਉਂਦੀ ਹੈ। ਗੁਰੂ ਘਰ ਸਾਫ ਸੁਥਰਾ ਹੁੰਦਾ, ਮਨ ਪ੍ਰਸੰਨ ਹੁੰਦਾ ਹੈ। ਕਦੇ ਗੁਰਦੁਆਰਾ ਥੜਾ ਸਾਹਿਬ ਵੀ ਜਾ ਕੇ ਦਰਸ਼ਨ ਪਾਇਓ। ਸਾਗਵਾਨ ਦੀ ਲੱਕੜ 50 ਲੱਖ ਤੋਂ ਵੀ ਵੱਧ ਕੋਸਟ ਦੀ ਉੱਥੇ ਲੱਗੀ ਹੈ। 50 ਲੱਖ ਦਾ ਸੋਨਾ ਤੇ 50 ਲੱਖ ਦੀ ਲੱਕੜ ਤੇ ਪੱਥਰ ਉਹਦੇ ਤੋਂ ਵੀ ਕੀਮਤੀ। ਅੱਜ ਕੱਲ੍ਹ ਸੋਨਾ, ਲੱਕੜ ਤੇ ਪੱਥਰ ਮੇਰੇ ਹਿਸਾਬ ਨਾਲ ਇੱਕ ਬਰਾਬਰ ਹੀ ਹੈ, ਜੋ ਮਰਜ਼ੀ ਲਾ ਲਓ। ਤੋ ਇੰਜ ਪਹਿਲਾਂ ਮਹਾਰਾਜ ਦਾ ਗੁੰਮਟ ਤੇ ਸੋਨੇ ਦਾ ਕਲਸ਼ ਚੜਾਇਆ, ਉਸ ਤੋਂ ਬਾਅਦ ਹੁਣ ਸੰਤਾਂ ਦਾ ਗੁੰਮਟ ਤੇ ਕਲਸ਼ ਬਣਾਇਆ। ਤੋ ਇਸ ਵਾਸਤੇ ਇਹ ਗੁਰੂ ਘਰ ਦੀ ਵਡਿਆਈ ਹੈ ਜੋ ਆਪਾਂ ਸੋਚ ਵੀ ਨਹੀਂ ਸਕਦੇ। ਮਹਾਰਾਜ ਉਹ ਵੀ ਕਰਕੇ ਦਿਖਾ ਦਿੰਦੇ ਨੇ। ਤੋ ਇਸ ਵਾਸਤੇ ਸਵੇਰੇ ਹੀ ਮੈਂ ਸ਼ਬਦ ਸੁਣ ਰਿਹਾ ਸੀ ਦਰਬਾਰ ਸਾਹਿਬ ਤੋਂ। ਅਰਦਾਸ ਤੋਂ ਤੁਰੰਤ ਉਪਰੰਤ ਰਾਗੀ ਸਿੰਘਾਂ ਨੇ ਇਹ ਸ਼ਬਦ ਲਾਇਆ ਸੀਗਾ, ਜਲ ਤੇ ਥਲ ਕਰ ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ, ਭੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭੇਖਾਰੀ। ਆ ਮੋਦੀ ਮਾਦੀ ਕੀ ਆ, ਮਿੰਟ ਨਹੀਂ ਲਾਉਣਾ। ਜੇ ਮਹਾਰਾਜ ਨੂੰ ਕਦੇ ਗੁੱਸਾ ਆ ਗਿਆ, ਕੋਈ ਨਾਰਾਜ਼ਗੀ ਹੋ ਗਈ, 1 ਮਿੰਟ ਨਹੀਂ ਲੱਗਣਾ ਉੱਡਦਿਆਂ ਹੋਇਆ। ਇਹ ਤਾਂ ਚੀਜ਼ਾਂ ਕੁਛ ਵੀ ਨਹੀਂ, ਅਡਾਨੀ ਬਾਨੀ ਮੋਦੀ ਮਾਦੀ ਕਿੰਨਾ ਵੇਖੋ ਖੱਲਰ ਮਚਾਇਆ ਹੋਇਆ। ਤੇ ਇਸ ਵਾਸਤੇ ਇੱਕ ਸਕਿੰਟ ਦਾ ਕੰਮ ਹੈ ਵੀ ਕਿਸੇ ਦੀ ਗੱਲ ਸੁਣੋ ਤੇ ਉਹਨੂੰ ਮੰਨ ਲਓ, ਕਿੰਨੀ ਕੁ ਵੱਡੀ ਗੱਲ ਹੈ। ਅਗਲੇ ਦਾ ਆਪਦਾ ਘਰ ਹੈ, ਆਪਦੀ ਜ਼ਮੀਨ ਹੈ। ਹੁਣ ਮੇਰਾ ਕੀ ਅਧਿਕਾਰ ਹੈ ਤੁਹਾਡੀ ਜ਼ਮੀਨ ਤੇ ਭਾਈ ਕਬਜ਼ਾ ਕਰਨ ਦਾ ਜਾਂ ਕਿਸੇ ਨੂੰ ਠੇਕਾ ਦੇਣ ਦਾ? ਉਹ ਮਾਲਕ ਜ਼ਿਮੀਂਦਾਰੀ ਕਾਹਦਾ ਹੋਇਆ ਜਿਹਦੀ ਜ਼ਮੀਨ ਹੀ ਕਿਸੇ ਹੱਥ ਚਲੀ ਗਈ? ਤੁਸੀਂ ਸੁਣੋ ਤਾਂ ਸਹੀ ਬੈਠ ਕੇ, ਉਹਨਾਂ ਨੂੰ ਹੌਸਲਾ ਤਾਂ ਦਿਓ ਵੀ ਮਹੀਨੇ ਬਾਅਦ, 2 ਮਹੀਨੇ, 6 ਮਹੀਨੇ ਬਾਅਦ ਤੁਹਾਡੀ ਗੱਲ ਮੰਨ ਲਾਂਗੇ। ਕੋਈ ਸੁਣਨ ਹੀ ਤਿਆਰ ਨਹੀਂ। ਕਿਹੋ ਜੀ ਇਹ ਹੰਕਾਰ ਵਾਲੀ ਬਾਤ ਹੈ। ਫਿਰ ਤਾਂ ਪਰਮਾਤਮਾ ਹੀ ਆਪੇ ਸੰਭੂ, ਫਿਰ ਹੋਰ ਆਪਾਂ ਕੀ ਕਹਿ ਸਕਦੇ ਹਾਂ। ਭੇਖਾਰੀ ਤੇ ਰਾਜ ਕਰਾਵੇ, ਇਹ ਦਰਬਾਰ ਸਾਹਿਬ ਤੋਂ ਸ਼ਬਦ ਆ ਰਿਹਾ ਸੀ ਤੇ ਮੇਰਾ ਧਿਆਨ ਸਿੱਧਾ ਦਿੱਲੀ ਗਿਆ ਅੰਮ੍ਰਿਤ ਵੇਲੇ। ਭੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭੇਖਾਰੀ, ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਧਾਰੀ। ਸੋ ਨਾਰੀ ਤੇ ਜੋ ਪੁਰਖ ਕਰਾਵੇ, ਪੁਰਖਨ ਤੇ ਜੋ ਨਾਰੀ, ਕਹੋ ਕਬੀਰ ਸਾਧੂ ਕੋ ਪ੍ਰੀਤਮ, ਤਿਸ ਮੂਰਤ ਬਲਿਹਾਰੀ। ਰਾਜ ਤੇ ਕੀਟ, ਕੀਟ ਤੇ ਸੁਰਪਤ, ਕਰ ਦੋਖ ਜਠਰ ਕੋ ਭਰਤੇ। ਤੋ ਇੰਜ ਇਹ ਮਹਾਰਾਜ ਦੀ ਤਾਕਤ, ਮਹਾਰਾਜ ਦੀ ਸਮਰੱਥਾ। ਇਹ ਭਾਈ ਸ਼ਮੀਰ, ਆ ਭਾਈ ਗੁੱਦੜ ਸਿੰਘ ਜੀ ਨੇ ਪੋਸ਼ਾਕ ਸਾਨੂੰ ਚੜਾਈ ਹੈ ਤੇ ਇਹਨੂੰ ਤੂੰ ਧਾਰਨ ਕਰ ਤੇ ਘੋੜੇ ਤੇ ਚੜ ਤੇ ਵੀਰ ਬਣ ਕੇ ਜਿਸ ਤੱਕ ਤੇਰੀ ਮੌਜ ਹੈ ਫੇਰਾ ਲਾ ਲਾ, ਉਸ ਤੱਕ ਤੇਰਾ ਰਾਜ ਬਣਾ ਦਿਆਂਗੇ। ਸੁਨ ਸ਼੍ਰੀ ਮੁਖ ਤੇ ਬਾਕ ਕੋ। ਪਰ ਇਹ ਜਿਹੜਾ ਬਚਨ ਹੈ ਸੂਰਜ ਛਿਪਣ ਤੋਂ ਪਹਿਲਾਂ ਪਹਿਲਾਂ ਤੱਕ ਹੋਏਗਾ। ਜਦੋਂ ਸੂਰਜ ਛਿਪ ਗਿਆ ਫਿਰ ਇਹ ਬਚਨ ਨਹੀਂ ਫੁਰੇਗਾ। ਮਤਲਬ ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾਂ ਫੇਰਾ ਲਾਉਣਾ ਹੈ। ਇਸ ਤਰ੍ਹਾਂ ਮਹਾਰਾਜ ਦਾ ਬਚਨ ਜਦ ਭਾਈ ਸ਼ਮੀਰ ਨੇ ਸੁਣਿਆ ਸੀ ਸ਼ਰਧਾਲੂ, ਘਰ ਨਰ ਮਿਲ ਸਾਰੇ, ਤਾਂ ਘਰ ਦੇ ਸਾਰੇ ਮਨੁੱਖਾਂ ਨੂੰ ਮਿਲਿਆ ਵੀ ਮਹਾਰਾਜ ਨੇ ਮੈਨੂੰ ਇੰਜ ਬਚਨ ਕੀਤਾ ਹੈ।
ਮਸਲਤ ਕੀਨੀ ਬੈਠ ਕੇ ਤੇ ਬੈਠ ਕੇ ਸਾਰੇ ਘਰਦਿਆਂ ਨਾਲ ਸਲਾਹ ਕੀਤੀ ਹੋਏ ਰਾਜ ਉਦਾਰੇ ਕਿ ਆਪਣਾ ਬੜਾ ਭਾਰੀ ਰਾਜ ਹੋ ਜਾਏਗਾ। ਮਾਤੁਲ ਹੋਤੋ ਸ਼ਮੀਰ ਕੋ ਇੱਕ ਨਿਕੰਮਾ ਮਾਮਾ ਸੀਗਾ ਭਾਈ ਸ਼ਮੀਰ ਦਾ, ਬੇਮੁਖ ਪੰਜ ਪੀਰੀ ਇਹ ਪੰਜ ਪੀਰੀ ਸੀਗਾ ਤੇ ਬੇਮੁਖ ਸੀ ਗੁਰੂ ਘਰ ਤੋਂ। ਮਨ ਹੈ ਤਿਸਕੇ ਕਹੇ ਕੋ ਆਪਦੇ ਮਾਮੇ ਦੇ ਕਹੇ ਨੂੰ ਇਹ ਮੰਨਦਾ ਸੀਗਾ। ਭਰਾਤਾ ਤ੍ਰੈ ਧੀਰੀ ਜਿਹੜੇ ਇਹਦੇ ਹੋਰ ਵੀ ਤਿੰਨ ਭਰਾ ਭਾਈ ਤਖਤ ਮੱਲ ਵੀ ਸੀ ਤੇ ਭਾਈ ਲਖਮੀਰ ਵੀ ਸੀ ਤੇ ਸ਼ਮੀਰ, ਇਹ ਤਿੰਨੇ ਭਰਾ ਮਾਮੇ ਦੇ ਕਹੇ ਮੰਨਦੇ ਸਨ। ਮਨ ਹੈ ਤਿਸਕੇ ਕਹੇ ਕੋ ਹਾਂ ਭਰਾਤਾ ਤ੍ਰੈ ਧੀਰੀ ਸੋ ਬੋਲਿਓ ਤੁਮ ਕਿਆ ਭਇਓ। ਉਹ ਭੈੜਾ ਮਾਮਾ ਬੋਲਿਆ ਕਿ ਤੈਨੂੰ ਕੀ ਹੋ ਗਿਆ? ਉਹ ਕਮਲਾ ਤੇ ਨਹੀਂ ਹੋ ਗਿਆ? ਨਿਹੰਗ ਤਾਂ ਅੱਧੇ ਕਮਲੇ ਹੁੰਦੇ ਨੇ, ਮਾਫ ਕਰਨਾ, ਤੇ ਤੂੰ ਉਹਨਾਂ ਦੇ ਮਗਰ ਲੱਗ ਗਿਆ ਨਿਹੰਗਾਂ ਦੇ, ਜਿਹਦਾ ਆਪ ਦਾ ਕੋਈ ਘਰ ਘਾਟ ਕੱਖ ਨਹੀਂ ਰਿਹਾ। ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਉਹਨੇ। ਐਵੇਂ ਨਿਹੰਗਾਂ ਦੇ ਮਗਰ ਨਹੀਂ ਲੱਗੀਦਾ। ਜਾਣਤ ਨਹਿ ਭੇਵਾ ਤੂੰ ਇਹ ਭੇਦ ਨੂੰ ਨਹੀਂ ਜਾਣਦਾ ਹੈ। ਘਰ ਸਮਾਜ ਸੁਤ ਆਦ ਸਭ ਜਿਹਦਾ ਆਪਦਾ ਘਰ ਨਹੀਂ ਰਿਹਾ, ਆਪਦੇ ਪੁੱਤ ਨਹੀਂ ਉਹ ਬਚਾ ਸਕਿਆ, ਆਪਦਾ ਸਮਾਜ ਸਮਾਨ ਨਹੀਂ ਬਚਾ ਸਕਿਆ। ਬਿਨਸੇ ਗੁਰਦੇਵਾ ਜਿਹਨੂੰ ਤੁਸੀਂ ਗੁਰਦੇਵ ਕਹਿੰਦੇ ਹੋ, ਸਾਰਾ ਕੁਝ ਉਹਦਾ ਨਾਸ ਹੋ ਗਿਆ। ਮੁਖ ਆਇਓ ਬੋਲਤ ਰਹੈ ਉਹ ਜੋ ਮੂੰਹ ਆਇਆ ਬੋਲਦੇ ਰਹਿੰਦੇ ਨੇ, ਖੁਸ਼ੀ ਪਈ। ਤੁਮ ਸਾਚ ਪਛਾਨੋ ਤੇ ਤੁਸੀਂ ਲੋਕ ਹੱਥ ਜੋੜ ਕੇ ਤੇ ਸੱਚੀ ਗੱਲ ਪਹਿਚਾਨ ਲੈਂਦੇ ਵੀ ਸੱਚਾ ਬਚਨ ਹੈ। ਰਾਜ ਕੌਣ ਸੋ ਦੇਤ ਹੈ ਉਹਨਾਂ ਦੇ ਪਾਸ ਕੀ ਹੈ ਜਿਹੜਾ ਤੈਨੂੰ ਰਾਜ ਦੇਣਗੇ? ਕਿਆ ਢਿਗ ਤਿਨ ਜਾਨੋ ਕੀ ਤੂੰ ਵੇਖਿਆ ਕੁਛ ਉਹਨਾਂ ਦੇ ਕੋਲ? ਸੁਨ ਬੋਲਿਓ ਲਖਮੀਰ ਤਬ ਸੁਣ ਕੇ ਭਾਈ ਲਖਮੀਰ ਬੋਲਿਆ ਜੋ ਕਹਿਓ ਨਾ ਮਾਨੈ ਕਿ ਜੇ ਅਸੀਂ ਗੁਰੂ ਜੀ ਦਾ ਆਖਿਆ ਨਹੀਂ ਮੰਨਾਂਗੇ ਹਿਰਦੈ ਕ੍ਰੋਧ ਕਰ ਗੁਰ ਬਹੁਰ ਤਾਂ ਗੁਰੂ ਸਾਹਿਬ ਜੀ ਹਿਰਦੇ ਵਿੱਚ ਗੁੱਸਾ ਕਰਕੇ ਫਿਰ ਕੁਛ ਸ਼ਰਾਪ ਵਖਾਨੈ ਕੁਝ ਸ਼ਰਾਬ ਦਾ ਬਚਨ ਕਹਿ ਦੇਣਗੇ। ਤਖਤ ਮਲ ਤੀਸਰ ਕਹੈ ਜਿਹੜਾ ਭਾਈ ਤਖਤ ਮਲ ਤੀਜਾ ਸੀ ਉਹ ਕਹਿਣ ਲੱਗਾ ਕਰ ਸੇਵ ਉਤਾਰੇ ਕਿ ਗੁਰੂ ਜੀ ਦੀ ਸੇਵਾ ਕਰਕੇ ਸਾਰੇ ਪਾਪ ਮਸਾਂ ਮਸਾਂ ਹੀ ਉਤਾਰੇ ਸਨ। ਲਾਭ ਲੈਨ ਕਿਤਹੂ ਰਹੈ ਸੇਵਾ ਦਾ ਲਾਭ ਲੈਣਾ ਤਾਂ ਕਿਤੇ ਰਿਹਾ। ਹੋਏ ਹਾਨ ਹਮਾਰੇ ਸਾਡਾ ਹੁਣ ਨੁਕਸਾਨ ਹੋਊਗਾ, ਮੈਨੂੰ ਪੱਕਾ ਪਤਾ ਲੱਗ ਗਿਆ। ਇਹ ਮਾਮੇ ਨੇ ਮਨ ਵਿਗਾੜਤਾ। ਸੁਨ ਸਲਾਹ ਸਭ ਹੂਨ ਕੀ ਸਭਨਾਂ ਦੀ ਸਲਾਹ ਸੁਣ ਕਰਕੇ ਤਬ ਭਨੈ ਸ਼ਮੀਰਾ ਤਾਂ ਭਾਈ ਸ਼ਮੀਰ ਜੀ ਕਹਿਣ ਲੱਗਾ ਇਕ ਤਉ ਬਾਕ ਨਾ ਮੋਰੀ ਆਹੋ ਭਾਈ ਮੇਰੀ ਤਾਂ ਸ਼ਰਧਾ ਹੈ ਤੇ ਤੁਹਾਡਾ ਵੀ ਕਿਹਾ ਮੈਂ ਮੋੜ ਨਹੀਂ ਸਕਦਾ ਤੇ ਗੁਰੂ ਜੀ ਦਾ ਵੀ ਕਿਹਾ ਮੋੜ ਨਹੀਂ ਸਕਦੇ ਹਾਂ, ਕਹਿ ਕੂਰ ਨਾ ਮੀਰਾ ਕਿਉਂਕਿ ਪਾਤਸ਼ਾਹ ਝੂਠ ਨਹੀਂ ਕਹਿੰਦੇ। ਸੁਨ ਤਿਨ ਕੋ ਮਾਤੁਲ ਕਹੈ ਸੁਣ ਕੇ ਉਹਨਾਂ ਦਾ ਮਾਮਾ ਬੋਲਿਆ ਨਿਜ ਪੁਰ ਚਾਹੋ ਓਰੇ ਕਿ ਚਾਰੇ ਪਾਸੇ ਸਾਡੇ ਪਿੰਡ ਹਨ, ਮਾਨ ਬਾਕ ਕੋ ਫੇਰੀਆ ਹੈ ਤੂੰ ਫਿਰ ਗੁਰੂ ਦਾ ਬਚਨ ਮੰਨ ਕੇ ਆਪਦੇ ਪਿੰਡਾਂ ਦੇ ਹੀ ਚਾਰ ਸਵੇਰੇ ਘੋੜਾ ਫੇਰ ਲਾ। ਚੜ ਕੈ ਇੱਕ ਘੋਰੇ ਇੱਕ ਘੋੜੇ ਤੇ ਚੜ ਕੇ ਤੇ ਘੋੜੇ ਨੂੰ ਫੇਰ ਲਾ। ਅਸ ਮਸਲਤ ਕਰ ਆਏ ਪੁਨ ਐਸੀ ਸਲਾਹ ਕਰਕੇ ਫਿਰ ਉਹ ਪੁਸ਼ਾਕਾ ਲੈ ਕੇ ਆਇਆ ਲੈ ਪੋਸ਼ਿਸ਼ ਸੋਈ ਜਿਹੜੀ ਗੁਰੂ ਜੀ ਨੇ ਭਾਈ ਗੁੱਦੜ ਜੀ ਦੀ ਚੜਾਈ ਹੋਈ ਬਖਸ਼ੀ ਸੀ। ਗੁਰ ਆਗਿਆ ਲੈ ਚੜ ਗਇਓ ਗੁਰੂ ਮਹਾਰਾਜ ਦੀ ਆਗਿਆ ਲੈ ਕੇ ਘੋੜੇ ਤੇ ਚੜ ਗਿਆ ਔਰ ਚੌ ਦਿਸ਼ ਜੋਈ ਤੇ ਆਪਦੇ ਨਗਰ ਦੇ ਹੀ ਚਾਰ ਸਵੇਰੇ ਉਹਨੇ ਫੇਰਾ ਲਾ ਲਿਆ। ਫੇਰ ਤਰੰਗਮ ਆਏਗੋ ਲਾਗੋਂ ਹੀ ਘੋੜਾ ਫੇਰ ਕੇ ਆ ਗਿਆ ਕਿ ਕੋਈ ਮਖੌਲ ਨਾ ਕਰੇ ਵੀ ਆ ਕਮਲਾ ਕਿੱਧਰ ਤੁਰਿਆ ਫਿਰਦਾ ਹੈ। ਗੁਰ ਬੂਜਨ ਠਾਨਾ ਫਿਰ ਗੁਰੂ ਜੀ ਮਹਾਰਾਜ ਨੇ ਪੁੱਛਿਆ ਏ ਪ੍ਰਭ ਫੇਰਨ ਕੋ ਕਿਓ ਕਹਿਣ ਲੱਗਾ ਜੀ ਹਾਂ ਹਾਂ ਮੈਂ ਆਪਦਾ ਬਚਨ ਮੰਨਿਆ, ਮੈਂ ਘੋੜਾ ਫੇਰ ਕੇ ਆ ਗਿਆ ਹੈ। ਚੌ ਦਿਸ਼ਨ ਕੇ ਕਾਨਾ ਚਾਰ ਸਵੇਰੇ ਘੋੜਾ ਫੇਰ ਲਿਆਂਦਾ। ਮੰਦ ਮਤੀ ਮਾਤੁਲ ਇਨਹੋ ਇਹਨਾਂ ਦਾ ਮਾਮਾ ਮੰਦੀ ਮਤ ਵਾਲਾ ਇਹਨਾਂ ਦੇ ਪੇਸ਼ ਪੈ ਗਿਆ। ਇੱਕ ਸ਼ਕਣੀ ਮਾਮਾ ਸੀਗਾ,
ਜਿਨ੍ਹਾਂ ਬੇੜਾ ਗਰਕ ਕਰ ਦਿੱਤਾ ਆਪਦੇ ਭਣੇਵਿਆਂ ਦਾ, ਅਤੇ ਉਹਨੇ ਵੀ ਵੇਖੋ ਬੜਾ ਬੁਰਾ ਕੰਮ ਕੀਤਾ, ਕਿੰਨੀ ਲੜਾਈ ਪਾ ਸੁੱਟੀ। ਵੈਸੇ ਮੈਨੂੰ ਮਾਫ਼ ਕਰਨਾ, ਇਹ ਗੱਲਾਂ ਹੈ ਤਾਂ ਸਾਡੇ ਸਮਾਜ ਦੀਆਂ, ਪਰ ਸਾਡੇ ਕੰਮ ਆਉਣ ਵਾਲੀਆਂ ਨੇ। ਜਿੱਥੋਂ ਤੱਕ ਮੈਂ ਆਪਦਾ ਇਹ ਵੇਖਿਆ ਹੈ ਸਮਾਜ ਦੇ ਵਿੱਚ ਵਿਚਰ ਕਰਕੇ, ਜਦੋਂ ਸਾਡੀ ਭੈਣ ਬੀਬੀ ਵਿਆਹੀ ਜਾਏ ਅਤੇ ਉਸ ਤੋਂ ਬਾਅਦ ਜਿਹੜਾ ਮਾਪਿਆਂ ਦਾ ਦਖਲ ਹੈ ਉਹਦੇ ਘਰ ਵਿੱਚ ਲੜਾਈ ਦਾ ਕਾਰਨ ਬਣ ਸਕਦਾ ਹੈ। 100 ਦੇ ਵਿੱਚੋਂ 99 ਜਿਹੜੀਆਂ ਲੜਾਈਆਂ ਨੇ ਉਹ ਸਕੀ ਮਾਤਾ ਅਤੇ ਸਕੇ ਭਰਾਵਾਂ ਦੀਆਂ ਪਾਈਆਂ ਹੁੰਦੀਆਂ ਨੇ। ਤੋ ਜਿਸ ਤਰ੍ਹਾਂ ਵੀ ਦੁੱਖ ਸੁੱਖ ਹੋਵੇ ਤੋ ਆਪਦੀ ਭੈਣ ਨੂੰ, ਬੀਬੀ ਨੂੰ ਇਹ ਸਮਝਾਉਣਾ ਚਾਹੀਦਾ ਵੀ ਵੇਖੋ ਸੀਤਾ ਜੀ ਦਾ ਜੀਵਨ ਵੇਖੋ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਕੋਈ ਗੱਲ ਬੀਬੀ ਅਮਰੋ ਨੂੰ ਸਮਝਾਈ ਸੀਗੀ ਵੀ ਹੁਣ ਘਰ ਤੇਰਾ ਉਹ ਹੈ ਜਿੱਥੇ ਤੂੰ ਚਲੀ ਗਈ ਹੈ। ਇਹ ਘਰ ਜਿਹੜਾ ਸੀ ਓਨਾ ਚਿਰ ਸੀ ਜਿੰਨਾ ਚਿਰ ਇੱਥੇ ਸੀਗੇ, ਅਤੇ ਹੁਣ ਉਹਦੀ ਉਹ ਤਰੱਕੀ ਬਾਰੇ ਸੋਚਣਾ ਹੈ, ਪਿੱਛਾ ਭੌਂ ਕੇ ਨਹੀਂ ਵੇਖਣਾ। ਅਤੇ ਜਿੰਨਾ ਚਿਰ ਬੁਲਾਈ ਉਹਨਾਂ ਚਿਰ ਆਉਣਾ ਨਹੀਂ ਹੈ। ਤੋ ਇਸ ਲਈ ਜੋ ਵੀ ਦਖਲ ਅੰਦਾਜ਼ੀ ਹੈ ਉਹ ਆਪਦੇ ਮਾਪਿਆਂ ਦੀ ਸਹੁਰੇ ਘਰ ਦੇ ਵਿੱਚ ਇਹਦੇ ਤੋਂ ਬਚਾ ਰੱਖਣਾ ਚਾਹੀਦਾ, ਜਿਹਦੇ ਨਾਲ ਸਾਡਾ ਜੀਵਨ ਸੁਖਮਈ ਹੋਵੇ। ਜਿੱਥੋਂ ਵੀ ਮੈਂ ਵੇਖਿਆ ਉੱਥੇ ਇਹੀ ਗੱਲਾਂ ਸੁਣਨ ਨੂੰ ਆਈਆਂ ਨੇ। ਇਹ ਜਿਹੜਾ ਸ਼ਕਨੀ ਸੀਗਾ ਇਹਨੇ ਵੀ ਭਰਾਵਾਂ 'ਚ ਲੜਾਈ ਪਾ ਸੁੱਟੀ, ਅਤੇ ਆਹ ਵੇਖੋ ਹੁਣ ਆਹ ਮਾਮੇ ਨੇ ਵੀ ਤਰੱਕੀ ਰੋਕ ਦਿੱਤੀ ਹੈ। ਇਸ ਲਈ ਮਾਮਿਆਂ ਦੀ ਸਲਾਹ ਤੋਂ ਮੈਨੂੰ ਮਾਫ਼ ਕਰਨਾ। ਮਤਲਬ ਗੁਰਮੁਖਾਂ ਦੀ, ਮਹਾਰਾਜ ਦੀ ਸੰਗਤ ਬਾਬਤ ਤਾਂ ਨਹੀਂ ਵੀ ਆਪਾਂ ਬਚਨ ਕਰ ਰਹੇ। ਜਿਹੜੇ ਬੇਮੁਖ ਹਨ, ਕੋਈ ਵੀ ਭਾਵੇਂ ਸਕਾ ਸੋਦਰਾ, ਜੇ ਕੋ ਗੁਰ ਤੇ ਬੇਮੁਖ ਹੋਵੇ ਸੋ ਬਿਨ ਸਤਿਗੁਰ ਮੁਕਤ ਨਾ ਪਾਵੇ। ਬੇਮੁਖਾਂ ਦੀ ਸਲਾਹ ਜਿੰਨਾ ਮਰਜ਼ੀ ਕੋਈ ਤਜਰਬੇਕਾਰ ਹੋਵੇ ਸਾਡੇ ਲਈ ਸੁਖਮਈ ਨਹੀਂ ਹੈ। ਲੱਖ ਅੰਤਰ ਜਾਮੀ, ਅੰਤਰਜਾਮੀ ਪਾਤਸ਼ਾਹ ਨੇ ਜਾਣਿਆ ਵੀ ਇਹਨਾਂ ਦਾ ਬੇੜਾ ਇਹਦੇ ਮਾਮੇ ਨੇ ਬਿਠਾ ਦਿੱਤਾ ਹੈ। ਲੈਨ ਦਿਓ ਨਹਿ ਰਾਜ ਕੁਛ, ਕੁਝ ਵੀ ਰਾਜ ਤਰਕ ਵਾਲੀ ਗੱਲ ਕਰਕੇ ਨਹੀਂ ਲੈਣ ਦਿੱਤਾ। ਇੰਨੀ ਵੱਡ ਖਾਮੀ, ਬੜੀ ਕਚਿਆਈ ਖੁਟਿਆਈ ਪੁਣਾ ਕੀਤਾ ਹੈ। ਕਹਿਓ ਪ੍ਰਭੂ ਆਸ਼ੋ ਕਰਿਓ। ਸੱਚੇ ਪਾਤਸ਼ਾਹ ਨੇ ਜਦ ਪੁੱਛਿਆ ਵੀ ਫੇਰਾ ਲਾ ਆਇਆ, ਕਹਿੰਦਾ ਜੀ ਹਾਂ। ਮਹਾਰਾਜ ਨੂੰ ਪਤਾ ਤਾਂ ਲੱਗ ਗਿਆ। ਮਹਾਰਾਜ ਕਹਿੰਦੇ ਅੱਛਾ ਜੀ ਚੰਗਾ, ਫਿਰ ਜੇ ਲਾਇਆ ਤਾਂ ਠੀਕ ਹੈ। ਅਬ ਬੈਠ ਸ਼ਮੀਰਾ, ਆ ਭਾਈ ਸ਼ਮੀਰ ਤੂੰ ਬੈਠ ਜਾ, ਕਿਉਂਕਿ ਉਹਦੇ 'ਚ ਕੋਈ ਨੁਕਸ ਨਹੀਂ ਸੀਗਾ। ਉਹ ਤਾਂ ਗੁਰਮੁਖ ਸੀ ਬੰਦਾ, ਅਤੇ ਬਚਨ ਮੰਨਣ ਨੂੰ ਤਿਆਰ ਸੀ, ਪਰ ਟੱਬਰ ਨੇ ਨਹੀਂ ਮੰਨਣ ਦਿੱਤਾ। ਸੁਣ ਕਰ ਬੈਠੇ ਨਿਕਟ ਹੋਏ, ਸੋ ਸੁਣ ਕੇ ਮਹਾਰਾਜ ਦਾ ਬਚਨ ਪਾਸ ਹੋ ਕੇ ਬੈਠ ਗਿਆ। ਸੰਗੀ ਲਖਮੀਰਾ, ਆਪ ਦੇ ਵੱਡੇ ਭਰਾ ਭਾਈ ਲਖਮੀਰ ਨੂੰ ਨਾਲ ਲੈ ਕੇ ਬੈਠ ਗਿਆ। ਸੇਵਕ ਆਪਣਾ ਜਾਣ ਕਰ, ਸਤਿਗੁਰੂ ਮਹਾਰਾਜ ਨੇ ਆਪਣਾ ਸੇਵਕ ਜਾਣ ਕੇ ਕਰੁਣਾ ਬਹੁ ਠਾਨੈ, ਬਹੁਤ ਜ਼ਿਆਦੀ ਕਿਰਪਾ ਕੀਤੀ। ਪ੍ਰਥਮ ਪਿਤਾਮੇ ਸੇਵ ਕਰ, ਕਿ ਪਹਿਲਾਂ ਇਹਨਾਂ ਦੇ ਦਾਦੇ ਯੋਧ ਸ਼ਾਹ ਨੇ ਸਾਡੇ ਦਾਦੇ ਗੁਰੂ ਹਰਗੋਬਿੰਦ ਸਾਹਿਬ ਦੀ ਸੇਵਾ ਕੀਤੀ ਸੀ। ਹਿਤਕਾਰੀ ਮਨ, ਤੋ ਉਹ ਸੇਵਾ ਕਰਨ ਕਰਕੇ ਇਹਨਾਂ ਨੂੰ ਮਹਾਰਾਜ ਆਪ ਦਾ ਬਹੁਤ ਪ੍ਰੇਮੀ ਮੰਨ ਰਹੇ ਹਨ। ਦੋਹਰਾ ਇਸ ਪ੍ਰਕਾਰ ਬੀਤੇ ਦਿਵਸ। ਚਲੋ ਆਹ ਗੱਲ ਤਾਂ ਹੋ ਗਈ, ਤੇ ਕੇਵਲ ਬਚਨ ਹੀ ਨਹੀਂ ਮੰਨਿਆ, ਤੇ ਚਲੋ ਮਹਾਰਾਜ ਭੁੱਲ ਗਏ ਵੀ ਕੋਈ ਗੱਲ ਨਹੀਂ, ਇਹਨਾਂ ਦੇ ਕਰਮ ਹੀ ਐਸੇ ਨੇ। ਹੁਣ ਅੱਗੇ ਬੇਦਬੀ ਵਾਲੀ ਗੱਲ ਹੋਰ ਤੁਹਾਨੂੰ ਦੱਸਦੇ ਹਾਂ। ਸੋ ਇੰਜ ਬਹੁਤੇ ਦਿਨ ਬਤੀਤ ਹੋ ਗਏ। 10 11 ਜਾਨ, 10 11 ਦਿਨ ਲੰਘ ਗਏ। ਨਾਨਾ ਭੋਜਨ ਕੋ ਕਰ ਹੈ, ਕਈ ਪ੍ਰਕਾਰ ਦੇ ਭੋਜਨ ਛਕਦੇ ਸਨ। ਅਚਵਾਵ ਹੈ ਹਿਤ ਠਾਨ, ਭਾਈ ਸ਼ਮੀਰ ਤੇ ਉਹਦੇ ਭਰਾ ਹਿਤ ਧਾਰ ਕੇ ਗੁਰੂ ਸਾਹਿਬ ਨੂੰ ਕਈ ਪ੍ਰਕਾਰ ਦੇ ਭੋਜਨ ਤਿਆਰ ਕਰਕੇ ਛਕਾਉਂਦੇ ਸਨ। ਨਿਸ਼ਾਨੀ ਛੰਦ
ਇੱਕ ਦਿਨ ਕਰਿਓ ਆਹਾਰ ਸ਼ੁਭ। ਇੱਕ ਦਿਨ ਦੀ ਗੱਲ ਹੈ ਕਿ ਬੜਾ ਸੁੰਦਰ ਭੋਜਨ ਤਿਆਰ ਹੋਇਆ। ਧਰ ਥਾਰ ਮਝਾਰੇ ਸੋਹਣੇ ਥਾਲ ਦੇ ਵਿੱਚ ਭੋਜਨ ਰੱਖਿਆ। ਕਰਿਓ ਪਰੋਸਨ ਤਬ ਭਲੇ ਚੰਗੇ ਤਰੀਕੇ ਨਾਲ ਪਰੋਸਿਆ। ਧਰ ਗੁਰੂ ਅਗਾਰੇ ਤੇ ਗੁਰੂ ਸਾਹਿਬ ਦੇ ਸਨਮੁਖ ਰੱਖ ਦਿੱਤਾ। ਕਰਿਓ ਸ਼ਮੀਰਾ ਨਿਕਟ ਤਬ ਭਾਈ ਸ਼ਮੀਰ ਮਹਾਰਾਜ ਦੇ ਪਾਸ ਬੈਠ ਗਿਆ। ਪ੍ਰਭ ਅਚਨ ਕਰੰਤੇ ਗੁਰੂ ਸਾਹਿਬ ਜੀ ਭੋਜਨ ਛਕਣ ਲੱਗੇ। ਨੀਰ ਕਟੋਰਾ ਦੇਤ ਭਰ ਪਾਣੀ ਦਾ ਕਟੋਰਾ ਭਰ ਕੇ ਦਿੰਦੇ ਸਨ। ਲੈ ਪਾਨ ਪਿਵੰਤੇ ਸਤਿਗੁਰੂ ਜੀ ਮਹਾਰਾਜ ਜਲ ਲੈ ਕੇ ਛਕਦੇ ਹਨ। ਤ੍ਰਿਪਤ ਹੋਏ ਸਤਿਗੁਰ ਰਹੇ ਫਿਰ ਸਤਿਗੁਰੂ ਜੀ ਨੇ ਹੱਥ ਧੋਤੇ, ਚੋਲਾ ਕੀਤਾ ਤੇ ਤ੍ਰਿਪਤ ਹੋ ਗਏ। ਨਿਜ ਬਿਨੈ ਬਖਾਨੀ ਇਹਨਾਂ ਆਪ ਦੀ ਬੇਨਤੀ ਕੀਤੀ। ਦੀਜੈ ਸੀਤ ਪ੍ਰਸਾਦ ਨਿਜ ਲਓ ਤੁਸੀਂ ਮੰਗੋ ਹੀ ਨਾ ਜੇ ਖਾਣਾ ਨਹੀਂ ਹੈ। ਕਹਿੰਦੇ ਜੀ ਆਪ ਦਾ ਸੀਤ ਮਤਲਬ ਝੂਠਾ ਭੋਜਨ ਪ੍ਰਸ਼ਾਦ ਸਾਨੂੰ ਦਿਓ, ਹਮ ਕਰ ਹੈ ਖਾਨੀ ਅਸੀਂ ਛਕਣਾ ਕਰਾਂਗੇ। ਸ੍ਰੀ ਮੁਖ ਬੋਲੇ ਥਾਲ ਲਿਹੋ ਸਤਿਗੁਰੂ ਮਹਾਰਾਜ ਕਹਿੰਦੇ ਤੁਸੀਂ ਥਾਲ ਹੀ ਲੈ ਲਓ ਕਿਉਂਕਿ ਮੈਂ ਤਾਂ ਛਕ ਲਿਆ ਹੈ। ਬੈਠੋ ਇਸ ਥਾਨਾ ਤੇ ਇਹਨੂੰ ਆਪਦੇ ਘਰ ਨਹੀਂ ਲੈ ਕੇ ਜਾਣਾ। ਕਈ ਹੱਥ 'ਚ ਫੜੀ ਫਿਰਨਗੇ ਆ ਡੋਨੇ ਵੀ। ਮੈਂ ਤਾਂ ਇਹਨੂੰ ਠੀਕ ਨਹੀਂ ਸਮਝਦਾ। ਤੁਸੀਂ ਪ੍ਰਸ਼ਾਦ ਲਿਆ 10 ਰੁਪਈਆਂ ਦਾ ਤਾਂ ਪ੍ਰਸ਼ਾਦ ਲਿਆ ਆਪਾਂ, ਤੇ ਉਹ ਬਾਬੇ ਨੇ ਸਾਰਾ ਹੀ ਸਾਨੂੰ ਮੋੜਤਾ। ਫਿਰ ਦੱਸੋ ਚੜਾਇਆ ਕੀ? ਜਿੱਥੇ ਤੱਕ ਮੇਰਾ ਖਿਆਲ ਹੈ ਵੀ ਉਹ ਬਾਬੇ ਨੂੰ ਹੀ ਦੇ ਦਿਓ ਸਾਰਾ। ਤੇ ਜਿੱਥੇ ਵਰਤਦਾ ਹੈ ਆਪ ਦਾ ਹਿੱਸਾ ਸੰਗਤਾਂ ਦੇ ਸਹਿਜ ਉਹਨਾਂ ਕੁ ਲੈ ਲਓ ਤੇ ਉੱਥੇ ਹੀ ਖਾ ਲਓ। ਘਰਦਿਆਂ ਲਈ ਵੈਸੇ ਲਿਜਾਣਾ ਤਾਂ ਚਾਹੀਦਾ, ਬੱਚਿਆਂ ਲਈ, ਪਰ ਬੱਚਿਆਂ ਨੂੰ ਵੀ ਲੈ ਕੇ ਆਓ। ਅਗਲੇ ਮੂੰਹ ਨਹੀਂ ਧੋਤਾ, ਬੁਰਸ਼ ਨਹੀਂ ਕੀਤਾ, ਜੁੱਤੀ ਪੈ ਰਹੀਆਂ, ਜਰਾਬਾਂ ਪੈ ਰਹੀਆਂ, ਬੈੱਡ ਤੇ ਬੈਠੇ ਪ੍ਰਸ਼ਾਦ ਇਹ ਕੋਈ ਸਤਿਕਾਰ ਥੋੜ੍ਹਾ ਆ। ਵੇਖੋ ਹੁਣ ਜਲ ਨਾਲ ਹੈ, ਜਲ ਛਿੜਕ ਕੇ ਤੇ ਹੁਣ ਘਰ ਆਪਾਂ ਜਲ ਥੋੜ੍ਹਾ ਲੈ ਕੇ ਜਾਵਾਂਗੇ। ਹੈ ਤਾਂ ਪ੍ਰਸ਼ਾਦ ਹੀ ਆ ਮਹਾਰਾਜ ਦਾ। ਜਿਹਨੂੰ ਲੋੜ ਹੈ ਆਪ ਚੱਲ ਕੇ ਆਏ ਤੇ ਇੱਥੇ ਆ ਕੇ ਖਾਏ। ਤੇ ਘਰ ਮਗਰ ਲਈ ਫਿਰਨਾ, ਨਾ ਮਹਾਰਾਜ ਦਾ ਅੰਮ੍ਰਿਤ ਤੇ ਨਾ ਪ੍ਰਸ਼ਾਦ। ਅੱਗੇ ਤੁਹਾਡੀ ਆਪ ਦੀ ਮਰਜ਼ੀ ਹੈ। ਜਿੱਥੇ ਤੱਕ ਮੇਰਾ ਸੁਭਾਅ ਇਹ ਮੇਰਾ ਖਿਆਲ ਹੈ। ਤੇ ਇਸ ਵਾਸਤੇ ਇਹਨੇ ਮਹਾਰਾਜ ਕੋਲੋਂ ਮੰਗ ਲਿਆ। ਖਾਨ ਹਿਤ ਠਾਨ ਕੈ ਮਹਾਰਾਜ ਕਹਿੰਦੇ ਪ੍ਰੇਮੀਆਂ ਵੀ ਤੂੰ ਥਾਲ ਐਹੀ ਲੈ ਲਾ ਤੇ ਮੇਰੇ ਸਾਹਮਣੇ ਬਹਿ ਕੇ ਵੀਰ ਬਣ ਕੇ ਖਾ ਲਾ। ਸ਼ਰਧਾਲੂ ਮਹਾਨਾ ਤੈਨੂੰ ਮੈਂ ਸ਼ਰਧਾਲੂ ਜਾਣਿਆ ਹੈ। ਕਰ ਜੋਰਤ ਬੋਲਿਓ ਬਹੁਰ ਇਹ ਹੱਥ ਜੋੜ ਕੇ ਕਹਿਣ ਲੱਗਾ ਫਿਰ ਲੈ ਕੇ ਘਰ ਜਾਵਾਂ ਵੀ ਮਹਾਰਾਜ ਮੈਂ ਤਾਂ ਘਰ ਲੈ ਕੇ ਜਾਊਂਗਾ। ਸਭ ਕੁਟੰਬ ਸੰਗ ਬੰਟ ਕੇ ਸਾਰੇ ਪਰਿਵਾਰਕ ਮੈਂਬਰਾਂ ਦੇ ਨਾਲ ਵੰਡ ਕੇ ਭਾਵਨ ਖਾਵਾਂ ਭਾਵਨਾ ਧਾਰ ਕੇ ਛਕਾਂਗਾ। ਇਮ ਕਹਿ ਥਾਰ ਉਠਾਏ ਕੈ ਮਹਾਰਾਜ ਕਹਿੰਦੇ ਅੱਛਾ ਜੀ। ਗੁਰੂ ਸਾਹਿਬ ਭਾਣੇ 'ਚ ਦਖਲ ਵੀ ਨਹੀਂ ਸਨ ਦਿੰਦੇ। ਕਹਿੰਦੇ ਲੈ ਜਾ ਭਾਈ, ਥਾਲ ਵੀ ਤੁਹਾਡਾ, ਪ੍ਰਸ਼ਾਦਾ ਵੀ ਤੁਹਾਡਾ, ਛਕਾਇਆ ਵੀ ਤੁਸੀਂ, ਤੇ ਤੇਰੀ ਮਰਜ਼ੀ ਹੈ, ਤੂੰ ਲੈ ਜਾ ਗੁਰਮੁਖ। ਘਰ ਪਹੁੰਚਿਓ ਜਾਈ ਜਦ ਜਾ ਕੇ ਘਰ ਪਹੁੰਚਿਆ ਭਰਾਤਾ ਮਾਤੁਲ ਆਦ ਜੀ ਇਹਦੇ ਜਿਹੜੇ ਭਰਾ ਸੀਗੇ ਤੇ ਮਾਮਾ ਸੀਗਾ ਸਭ ਲੀਏ ਬੁਲਾਈ ਇਹਨੇ ਸਾਰੇ ਟੱਬਰ ਨੂੰ ਬੁਲਾ ਲਿਆ। ਹਾਰ ਜੋ ਮਹਾ ਪ੍ਰਸਾਦ ਕੋ ਗੁਰੂ ਜੀ ਦਾ ਜਿਹੜਾ ਸੀਤ ਪ੍ਰਸ਼ਾਦ ਵਾਲਾ ਥਾਲ ਸੀਗਾ ਮੈਂ ਜਾਚ ਸੋ ਲਿਆਇਓ ਕਹਿਣ ਲੱਗਾ ਵੀ ਮੈਂ ਮੰਗ ਕੇ ਲਿਆਂਦੇ, ਆਓ ਭਾਈ ਤੁਹਾਨੂੰ ਵੀ ਦੇਵਾਂ। ਆਵੋ ਬਹੁ ਕਲਿਆਣ ਕੋ ਇਹਨੂੰ ਛਕ ਕੇ ਤੁਸੀਂ ਬੜੀ ਮੁਕਤੀ ਸੁਖ ਪਾਵੋਗੇ। ਹੋਏ ਹੈ ਮਨ ਭਾਇਓ ਮਨ ਭਾਉਂਦਾ ਤੁਹਾਨੂੰ ਸਭ ਕੁਝ ਮਿਲੇਗਾ। ਇਮ ਕਹਿ ਜਬੈ ਪ੍ਰਸਾਦ ਤੇ ਇਉਂ ਸਾਧ ਸੰਗਤ ਜੀਓ ਜਿਸ ਵਕਤ ਉਹਨੇ ਪ੍ਰਸ਼ਾਦ ਤੋਂ ਉਤਰਾਏ ਰੁਮਾਲਾ ਤੇ ਰੁਮਾਲਾ ਉਤਰ ਆਇਆ ਹੈ ਤਾਂ ਵੇਖ ਕਰਕੇ ਜਿਹੜਾ ਪ੍ਰਸ਼ਾਦ ਸੀ ਔਰ ਡਰੇ। ਦੇਖਤ ਔਰ ਡਰੇ ਧਰ ਚਿੰਤ ਵਿਸ਼ਾਲਾ ਤੇ ਇਉਂ ਸਾਧ ਸੰਗਤ ਜੀਓ ਉਹਨਾਂ ਦੀ ਜਿਹੜੀ ਸ਼ਰਧਾ ਸੀਗੀ ਉਹ ਮਾਮੇ ਨੇ ਤੋੜ ਦਿੱਤੀ। ਤੇ ਅਗਲਾ ਜਿਵੇਂ ਪ੍ਰਸੰਗ ਆਊਗਾ ਉਹ ਸਾਰਾ ਆਪ ਕੱਲ ਨੂੰ ਸਰਵਣ ਕਰਿਓ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਜੋ ਇਤਿਹਾਸ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਉਹ ਸਾਡੇ ਮਨ ਵਿੱਚ ਵਸੇ ਜੀ। ਭੁੱਲ ਚੁੱਕ ਖਿਮਾ ਕਰਨੀ, ਅੱਗੇ ਤੋਂ ਸਮਤ ਬਖਸ਼ਣੇ। ਹਾਰ ਜੋ ਮਹਾ ਪ੍ਰਸਾਦ ਕੋ ਮੈਂ ਜਾਚ ਸੋ ਲਿਆਇਓ ਪਾਵਹੁ ਬਹੁ ਕਲਿਆਣ ਕੋ
ਹੋਏ ਹੈ ਮਨ ਭਾਇਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ